ਪ੍ਰਾਈਮ ਏਸ਼ੀਆ ਟੀਵੀ ਤੇ ਇੱਕ ਵਾਰ ਫਿਰ ਤੋਂ ਆਪ ਸਭ ਦੇ ਰੂਬਰੂ ਹੋ ਗਿਆ ਜੀ। ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ ਤੇ ਮੈਂ ਹਾਂ ਨਵਜੀਤ। ਕਿਸਾਨਾਂ ਦਾ ਮੁੱਦਾ ਹੁਣ ਅੰਤਰਰਾਸ਼ਟਰੀ ਪੱਧਰ ਤੇ ਪਹੁੰਚ ਚੁੱਕਿਆ ਹੈ। ਪਹਿਲਾਂ ਵੀ ਕਈ ਦੇਸ਼ਾਂ ਵਿੱਚ ਚਰਚਾ ਹੋਈ ਹੈ ਤੇ ਇੱਕ ਵਾਰ ਫਿਰ ਤੋਂ ਅਮਰੀਕਾ ਵਿੱਚ ਹੁਣ ਪਾਰਲੀਮੈਂਟ 'ਚ ਇਸ 'ਤੇ ਚਰਚਾ ਹੋਈ ਹੈ। ਇਹਦੀ ਪੂਰੀ ਗੱਲਬਾਤ ਕਰਦੇ ਹਾਂ ਅੱਗੇ। ਉਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਭਾਜਪਾ ਦੀਆਂ ਜਿਸ ਤਰ੍ਹਾਂ ਚੋਣ ਸਰਗਰਮੀਆਂ ਚੱਲ ਰਹੀਆਂ ਨੇ, ਬੰਗਾਲ ਵਿੱਚ ਟਿਕਟਾਂ ਨੂੰ ਲੈ ਕੇ ਰੌਲਾ ਪਿਆ। ਇਹਦਾ ਕੀ ਕਾਰਨ ਹੈ? ਇਹਨਾਂ ਸਾਰੀਆਂ ਖਬਰਾਂ ਤੇ ਚਰਚਾ ਕਰਦੇ ਹਾਂ। ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ। ਸਭ ਤੋਂ ਪਹਿਲਾਂ ਸਵਾਗਤ ਪੰਨੂ ਸਾਹਿਬ, ਬਹੁਤ ਬਹੁਤ ਸਵਾਗਤ ਜੀ। ਜੀ ਸ਼ੁਕਰੀਆ। ਪੰਨੂ ਸਾਹਿਬ, ਪੱਛਮੀ ਬੰਗਾਲ ਵਿੱਚ ਚੋਣਾਂ ਨੇ, ਵੈਸੇ ਤਾਂ 5 ਸੂਬਿਆਂ ਵਿੱਚ ਹੈ। ਅੱਜ ਪਤਾ ਲੱਗਾ ਕਿ ਭਾਜਪਾ ਵਿੱਚ ਟਿਕਟਾਂ ਵੰਡੀਆਂ ਜਾ ਰਹੀਆਂ, ਪਾਰਟੀ ਤੇ ਰੌਲਾ ਪੈ ਗਿਆ। ਇਹ ਕੀ ਕਹਾਣੀ ਹੈ? ਪਤਾ ਲੱਗਾ ਭੰਨ ਤੋੜ ਵੀ ਚੰਗੀ ਹੋਈ ਆ। ਦੇਖੋ, ਟਿਕਟਾਂ ਦੇ ਉੱਤੇ ਰੌਲਾ ਪੈਣਾ, ਭੰਨ ਤੋੜ ਹੋਣਾ, ਇਹ ਆਮ ਤੌਰ ਤੇ ਭਾਰਤ ਦੀ ਰਾਜਨੀਤੀ ਦਾ ਹਿੱਸਾ ਬਣ ਗਿਆ। ਕਦੇ ਵੀ ਕਿਤੇ ਚੋਣਾਂ ਹੋਣ ਤੇ ਆਮ ਤੌਰ ਤੇ ਟਿਕਟਾਂ ਤੇ ਰੌਲਾ ਪੈ ਜਾਂਦਾ ਜੀ। ਇਸ ਵਾਰੀ ਪੱਛਮੀ ਬੰਗਾਲ 'ਚ ਸਥਿਤੀ ਵੱਖਰੀ ਹੈ। ਹੌਲੀ ਹੌਲੀ ਮੇਰਾ ਖਿਆਲ ਇਹ ਸਥਿਤੀ ਸਾਰੇ ਦੇਸ਼ ਵਿੱਚ ਬਣੇਗੀ ਜੀ। ਨਰਿੰਦਰ ਮੋਦੀ ਸਾਹਿਬ ਜਦੋਂ ਅੱਗੇ ਆਏ ਤੇ ਇਹਨਾਂ ਨੇ ਇੱਕ ਨਾਅਰਾ ਦਿੱਤਾ ਸੀ ਭਾਜਪਾ ਵੱਲੋਂ ਕਿ ਅਸੀਂ ਕਾਂਗਰਸ ਮੁਕਤ ਭਾਰਤ ਬਣਾਉਣਾ, ਤੇ ਮੈਂ ਉਹਦੇ ਤੋਂ ਤਕਰੀਬਨ 1 ਮਹੀਨਾ ਬਾਅਦ ਇਹ ਗੱਲ ਕਹਿਤੀ ਸੀ ਕਿ ਇੱਕ ਲਫ਼ਜ਼ ਹੁੰਦਾ ਮੁਕਤ, ਇੱਕ ਹੁੰਦਾ ਯੁਕਤ। ਇਹ ਦੋਵੇਂ ਲਫ਼ਜ਼ ਹਿੰਦੀ ਦੇ ਨੇ। ਜਿਹੜੀ ਭਾਜਪਾ ਹੈ ਉਹ ਕਾਂਗਰਸ ਮੁਕਤ ਭਾਰਤ ਬਣਾਉਣ ਤੋਂ ਤੁਰੀ ਤੇ ਕਾਂਗਰਸ ਯੁਕਤ ਭਾਜਪਾ ਬਣਾਉਣ ਵਾਲੇ ਪਾਸੇ ਨੂੰ ਤੁਰ ਪਈ ਆ ਕਿ ਜਿੰਨੇ ਕਾਂਗਰਸ ਵਿੱਚ ਇੱਕ ਤੋਂ ਇੱਕ ਬੇਈਮਾਨ ਸਨ, ਬਦਨਾਮ ਸਨ, ਉਹਨਾਂ ਸਾਰੇ ਬੰਦਿਆਂ ਨੂੰ ਭਾਜਪਾ 'ਚ ਲਿਆ ਜਾ ਰਿਹਾ, ਕੇਂਦਰ ਦੇ ਮੰਤਰੀ ਤੱਕ ਬਣਾਇਆ ਜਾ ਰਿਹਾ। ਇਹਦਾ ਮਤਲਬ ਕਿ ਕਾਂਗਰਸੀਆਂ ਨੂੰ ਵਿੱਚ ਸ਼ਾਮਲ ਕਰਕੇ ਇਹੋ ਜਿਹੀ ਭਾਜਪਾ ਬਣਾਈ ਜਾ ਰਹੀ ਹੈ ਜਿਹੜੀ ਪੌਣੀ ਕਾਂਗਰਸੀ ਹੋਵੇਗੀ। ਤੇ ਫਿਰ ਲੜਨ ਦਾ ਕੀ ਫਾਇਦਾ ਸੀ? ਹੁਣ ਇਸ ਵਾਰੀ ਇਹਨਾਂ ਨੇ ਪੱਛਮੀ ਬੰਗਾਲ ਨੂੰ TMC ਮੁਕਤ ਯਾਨੀ ਤ੍ਰਿਣਮੂਲ ਮੁਕਤ ਕਰਨ ਦਾ ਨਾਅਰਾ ਦਿੱਤਾ ਹੈ ਤੇ ਉੱਥੇ ਤ੍ਰਿਣਮੂਲ ਯੁਕਤ ਭਾਜਪਾ ਬਣਾ ਰਹੇ ਨੇ। ਇਸ ਵੇਲੇ ਤੱਕ ਇਹਨਾਂ ਨੇ 148 ਸੀਟਾਂ ਵਾਸਤੇ ਟਿਕਟਾਂ ਅਲਾਟ ਕੀਤੀਆਂ। ਉਹਨਾਂ 148 ਦੇ ਵਿੱਚੋਂ 80 ਸੀਟਾਂ ਦੇ ਉੱਤੇ ਰੌਲਾ ਪੈ ਗਿਆ ਕਿਉਂਕਿ ਉਹਨਾਂ ਬੰਦਿਆਂ ਨੂੰ ਟਿਕਟਾਂ ਦਿੱਤੀਆਂ ਗਈਆਂ, ਉਹਨਾਂ ਉਮੀਦਵਾਰਾਂ ਨੂੰ ਟਿਕਟਾਂ ਦਿੱਤੀਆਂ ਜਿਹੜੇ ਅਜੇ ਕੋਈ 10 ਦਿਨ ਪਹਿਲਾਂ, ਕੋਈ 15 ਦਿਨ ਪਹਿਲਾਂ, ਕੋਈ 1 ਮਹੀਨਾ ਪਹਿਲਾਂ ਤੇ ਕੋਈ 2 ਮਹੀਨੇ ਪਹਿਲਾਂ ਤ੍ਰਿਣਮੂਲ ਕਾਂਗਰਸ ਵਿੱਚ ਹੁੰਦੇ ਸਨ। ਜਿਹੜੇ ਤ੍ਰਿਣਮੂਲ ਕਾਂਗਰਸ ਵਿੱਚ ਹੁੰਦੇ ਸਨ ਉਹਨਾਂ ਨੂੰ ਲਿਆ ਕੇ ਇੱਕਦਮ ਜਦੋਂ ਟਿਕਟਾਂ ਦਿੱਤੀਆਂ ਗਈਆਂ ਤੇ ਜਿਹੜੇ 30-30, 40-40 ਸਾਲ ਤੋਂ ਦਰੀਆਂ ਝਾੜਦੇ ਸਨ, ਜਿਹੜੇ ਨੌਜਵਾਨ ਆਏ ਆ ਤੇ ਉਹਨਾਂ ਨੂੰ ਅਜੇ 30-32 ਸਾਲ ਦੀ ਉਮਰ ਹੈ ਤੇ 10-10 ਸਾਲ ਹੋ ਗਏ ਦਰੀਆਂ ਝਾੜਦਿਆਂ, ਉਹ ਸਾਰੇ ਪਿੱਟ ਉੱਠੇ ਆ ਕਿ ਸਾਨੂੰ ਫਿਰ ਦਰੀਆਂ ਝਾੜਨ ਵਾਸਤੇ ਰੱਖਿਆ। ਹਰ ਵੇਲੇ ਤੁਸੀਂ ਉੱਥੋਂ ਫੜ ਕੇ ਆਸੇ ਪਾਸੇ ਕਬੂਤਰ ਲਿਆ ਕੇ ਉਹਨਾਂ ਨੂੰ ਟਿਕਟਾਂ ਦੇ ਦੇਣੀਆਂ ਤੇ ਅਸੀਂ ਕਾਹਦੇ ਲਈ ਬੈਠੇ ਹਾਂ? ਇਹਦੇ ਉੱਤੇ ਉਹਨਾਂ 'ਚ ਰੌਲਾ ਕਾਫੀ ਪੈ ਰਿਹਾ, ਬੜੀ ਖੱਪ ਪੈ ਰਹੀ ਆ। ਕਈਆਂ ਦਫ਼ਤਰਾਂ ਦੇ ਵਿੱਚ ਭੰਨ ਤੋੜ ਹੋਈ ਆ। ਘੱਟੋ ਘੱਟ 3 ਥਾਵਾਂ ਦੇ ਉੱਤੇ ਉਮੀਦਵਾਰ ਜਿਹੜੇ ਐਲਾਨੇ ਸੀ ਭਾਜਪਾ ਵਿੱਚੋਂ ਹੀ ਆਏ ਸੀ, ਉਹਨਾਂ ਉਮੀਦਵਾਰਾਂ ਨੂੰ ਬਹੁਤਾ ਸਮਾਂ ਗਵਾਏ ਬਗੈਰ 24 ਘੰਟਿਆਂ ਦੇ ਅੰਦਰ ਅੰਦਰ ਬਦਲਣਾ ਪਿਆ ਤੇ ਉਹਨਾਂ ਨੂੰ ਕਹਿਣਾ ਪਿਆ ਕਿ ਵਾਪਸ ਜਾਣਾ ਵਾਪਸ ਚੱਲ ਜਾਓ, ਜੇ ਵਿੱਚ ਰਹਿਣਾ ਤੇ ਪਾਰਟੀ ਲਈ ਬਿਨਾਂ ਕਿਸੇ ਸਵਾਰਥ ਤੋਂ ਕੰਮ ਕਰੋ। ਟਿਕਟ ਤੁਹਾਨੂੰ ਹੁਣ ਨਹੀਂ ਦਿੱਤੀ ਜਾ ਸਕਣੀ ਕਿਉਂਕਿ ਪਾਰਟੀ ਵਿੱਚ ਇਸ ਗੱਲ ਤੇ ਰੌਲਾ ਪੈ ਗਿਆ। ਇਹ ਹਾਲਤ ਉੱਥੇ ਬਣੀ ਪਈ ਹੈ। ਹਾਸੋ ਨਹੀਂ ਗੱਲ ਤਾਂ ਇਹ ਆ ਕਿ ਜਿਹੜਾ ਪੱਛਮੀ ਬੰਗਾਲ ਦੀ ਕਾਂਗਰਸ ਦਾ ਸਾਬਕਾ ਪ੍ਰਧਾਨ ਹੈ ਉਹਨੂੰ ਉਹਦੀ ਪਤਨੀ ਨੂੰ ਟਿਕਟ ਦੇ ਦਿੱਤੀ ਗਈ ਹੈ ਭਾਜਪਾ ਵੱਲੋਂ, ਤੇ ਉਹ ਕਹਿੰਦੀ ਅਸੀਂ ਤੇ ਪਤੀ ਪਤਨੀ ਅਜੇ ਵੀ ਕਾਂਗਰਸ ਵਿੱਚ, ਅਸੀਂ ਤੇ ਭਾਜਪਾ ਦੇ ਨੇੜੇ ਲੱਗਣ ਬਾਰੇ ਕਦੇ ਸੋਚ ਵੀ ਨਹੀਂ ਸਕਦੇ। ਇੱਕ ਬੰਦੇ ਹੋਰ ਨੂੰ ਟਿਕਟ ਦੇ ਦਿੱਤੀ ਆ, ਉਹਦੀ ਪਤਨੀ ਤ੍ਰਿਣਮੂਲ ਕਾਂਗਰਸ ਦੀ MLA ਆ ਤੇ ਅੱਗੋਂ ਵੀ ਉਹਨੂੰ ਟਿਕਟ ਮਿਲੀ ਆ ਤੇ ਉਹ ਆਪਣਾ ਚੋਣ ਪ੍ਰਚਾਰ ਕਰਦੀ ਪਈ ਆ। ਉਹਦਾ ਨਾਂ ਉਮੀਦਵਾਰ ਦੇ ਤੌਰ ਤੇ ਐਲਾਨ ਕਰ ਦਿੱਤਾ ਤੇ ਕਹਿੰਦੇ ਆ ਜੀ ਜਿਹੜਾ ਮਮਤਾ ਬੈਨਰਜੀ ਦੇ ਮੁਕਾਬਲੇ ਖੜਾ ਸ਼ਿਵੇਂਦੂ ਅਧਿਕਾਰੀ, ਉਹਨੇ ਆਖਿਆ ਸੀ ਕਿ ਮੇਰੀ ਗੱਲ ਹੋ ਗਈ ਹੈ। ਉਹ ਜਿਹੜਾ ਸ਼ਿਵੇਂਦੂ ਅਧਿਕਾਰੀ ਨੇ ਆਖਿਆ ਸੀ ਮੇਰੀ ਗੱਲ ਹੋ ਗਈ, ਟਿਕਟ ਦਿੱਤੀ ਗਈ, ਤੇ ਉਹ ਕਹਿੰਦਾ ਘਰ ਵਾਲੀ ਮੇਰੀ ਤ੍ਰਿਣਮੂਲ ਦੇ ਵਿੱਚ MLA ਆ, ਅੱਗੋਂ ਅਸੀਂ ਫੇਰ ਚੋਣ ਲੜਦੇ ਪਏ, ਸਾਨੂੰ ਤੁਸੀਂ ਟਿਕਟ ਕਿੱਦਾਂ ਦੇ ਸਕਦੇ ਆ? ਉਹ ਵੀ ਟਿਕਟ ਜਿਹੜੀ ਆ ਵਾਪਸ ਲੈਣੀ ਪਈ ਹੈ। ਯਾਨੀ ਭਾਜਪਾ ਉੱਥੇ ਜਿੱਥੋਂ ਤੁਰੀ ਆ ਉਹ ਤਾਂ ਇਹ ਸੀ ਕਿ ਅਸੀਂ ਤ੍ਰਿਣਮੂਲ ਤੋਂ ਬਗੈਰ ਇਹੋ ਜਿਹਾ ਬੰਗਾਲ ਬਣਾਉਣਾ ਜਿੱਥੇ ਤ੍ਰਿਣਮੂਲ ਕਾਂਗਰਸ ਵਾਲਾ ਪੁਰਾਣਾ ਕਲਚਰ ਨਹੀਂ ਲੱਭੇਗਾ। ਪਰ ਹੌਲੀ ਹੌਲੀ ਇਸ ਪਾਸੇ ਨੂੰ ਤੁਰਦੀ ਜਾ ਰਹੀ ਹੈ ਕਿ ਜਿੰਨੇ ਕੁ ਤ੍ਰਿਣਮੂਲ ਦੇ ਵਿੱਚੋਂ ਆਉਣਗੇ ਉਹਨਾਂ ਨੂੰ ਆਪਣੇ ਪੱਕੇ ਵਫਾਦਾਰਾਂ, ਪੁਰਾਣੇ ਸੇਵਕਾਂ ਔਰ ਭਰੋਸੇਮੰਦਾਂ ਸਾਰਿਆਂ ਦੇ ਉੱਪਰ ਪਹਿਲ ਦੇ ਕੇ ਤੇ ਟਿਕਟਾਂ ਉਹਨਾਂ ਨੂੰ ਦਿੱਤੀਆਂ ਜਾਣਗੀਆਂ। ਇਸ ਗੱਲ ਨੇ ਭਾਜਪਾ ਦੀ ਪੋਜੀਸ਼ਨ ਉੱਥੇ ਇਸ ਤਰ੍ਹਾਂ ਦੀ ਪਾਣੀਓਂ ਪਤਲੀ ਕੀਤੀ ਪਈ ਹੈ ਕਿ ਜਿਹੜੇ ਦਫ਼ਤਰ ਵਿੱਚ ਘੱਟੋ ਘੱਟ 5 ਦਫ਼ਤਰ ਇਹੋ ਜਿਹੇ ਆ ਜਿੱਥੇ ਅੰਦਰ ਵੜ ਕੇ ਵਰਕਰਾਂ ਨੇ ਕੁਰਸੀਆਂ ਸੋਫੇ ਵੀ ਤੋੜ ਦਿੱਤੇ ਆ, ਸੀਟਾਂ ਪਾੜ ਦਿੱਤੀਆਂ ਨੇ, ਦਰਵਾਜ਼ੇ ਭੰਨ ਦਿੱਤੇ ਆ, ਬਹੁਤ ਕੁਝ ਹੁੰਦਾ ਪਿਆ। ਤੇ ਹੁਣ ਭਾਜਪਾ ਦੇ ਲੀਡਰ ਇਹ ਕਹਿੰਦੇ ਆ ਕਿ ਸਾਡੇ ਵਰਕਰਾਂ ਨੇ ਕੀਤਾ, ਇਹ ਤਾਂ ਉਹਨਾਂ ਤੋਂ ਕਰਵਾਇਆ ਜਾ ਰਿਹਾ ਜੀ, ਉਹਨਾਂ ਦਾ ਕੋਈ ਕਸੂਰ ਨਹੀਂ। ਹੁਣ ਜੇ ਤੁਹਾਡੇ ਆਪਣੇ ਘਰ ਦੇ ਵਿੱਚ ਇਸ ਤਰ੍ਹਾਂ ਦੀ ਲੜਾਈ ਪਈ ਆ, ਤੁਹਾਡੇ ਵਰਕਰ ਤੁਹਾਡੇ ਗਲ ਪੈਂਦੇ ਪਏ ਆ ਕਿ ਅਸੀਂ ਕੰਮ ਕਰਦੇ ਰਹਿ ਗਏ ਤੇ ਬਾਹਰੋਂ ਲਿਆ ਕੇ ਤੁਸੀਂ ਰਾਤੋਂ ਰਾਤ ਉਹਨਾਂ ਬੰਦਿਆਂ ਨੂੰ ਟਿਕਟਾਂ ਦੇ ਦਿੱਤੀਆਂ, ਇਹਦੇ ਵਿੱਚ ਕਿਸੇ ਦੂਸਰੇ ਨੂੰ ਦੋਸ਼ ਦੇਣ ਦਾ ਕੀ ਫਾਇਦਾ? ਫਾਇਦਾ ਤੇ ਉਸ ਗੱਲ ਨੂੰ ਸੰਭਾਲਣ ਵਿੱਚ ਹੈ ਜਿਹੜੀ ਤੁਹਾਡੀ ਗਲਤ ਰਾਜਨੀਤੀ ਦੇ ਵਿੱਚ ਬਾਹਰੋਂ ਆਏ ਬੰਦੇ ਭਾਰੂ ਹੋ ਗਏ ਤੇ ਪੁਰਾਣੇ ਵਫਾਦਾਰ ਰਹਿ ਗਏ।
ਇਹਦਾ ਕਰਕੇ ਭਾਜਪਾ ਉੱਥੇ ਆਪਣਾ ਨੁਕਸਾਨ ਵੀ ਕਰਵਾ ਸਕਦੀ ਹੈ। ਜੀ ਪੰਨੂ ਸਾਹਿਬ, ਹਰਿਆਣਾ ਸਰਕਾਰ ਜਾਇਦਾਦ ਦਾ ਜੋ ਨੁਕਸਾਨ ਹੋਇਆ ਉਹਦੀ ਵਸੂਲੀ ਕਰਨ ਦੀ ਤਿਆਰੀ ਵਿੱਚ ਹੈ। ਪਤਾ ਲੱਗਾ ਇੱਕ ਕਾਨੂੰਨ ਵੀ ਲਿਆਇਆ ਜਾ ਰਿਹਾ ਹੈ। ਇਹ ਕਿਸ ਤਰ੍ਹਾਂ ਦੇਖਦੇ ਹੋ ਇਸ ਸਭ ਨੂੰ, ਕਿਉਂਕਿ ਇਸ ਤੋਂ ਪਹਿਲਾਂ ਯੂਪੀ ਵਾਲੇ ਪਾਸਿਓਂ ਵੀ ਇਸ ਤਰ੍ਹਾਂ ਦੀ ਆਵਾਜ਼ ਉੱਠੀ ਸੀ ਇੱਕ ਵਾਰ। ਇਹੋ ਜਿਹੀਆਂ ਗੱਲਾਂ ਵਾਸਤੇ ਅੱਜ ਕੱਲ੍ਹ ਪਹਿਲ ਕਦਮੀ ਕਰਦਾ ਯੂਪੀ ਦੇ ਵਿੱਚ ਇੱਕ ਸਾਧੂ ਸੰਤ ਗੋਰਖਪੁਰ ਦੇ ਮੱਠ ਦਾ ਮੁੱਖ ਮੰਤਰੀ ਬਣਾਇਆ। ਉਹ ਇਹੋ ਜਿਹੀਆਂ ਸਾਰੀਆਂ ਖੇਡਾਂ ਜਿਹੜੀਆਂ ਉਹਨਾਂ ਦੀ ਸ਼ੁਰੂਆਤ ਕਰਦਾ ਤੇ ਬਾਕੀ ਸੂਬਿਆਂ ਦੇ ਵਿੱਚ ਭਾਜਪਾ ਦੀਆਂ ਸਰਕਾਰਾਂ ਉਸ ਰਾਹ ਤੇ ਚੱਲਦੀਆਂ, ਕਿਉਂਕਿ ਸਮਝਦੇ ਆ ਕਿ ਪਹਿਲਾਂ ਕਿਸੇ ਵਕਤ ਗੁਜਰਾਤ RSS ਦੀ ਲੈਬੋਰਟਰੀ ਹੁੰਦਾ ਸੀ ਜਿੱਥੇ ਹਿੰਦੂਤਵ ਦੇ ਤਜਰਬੇ ਹੁੰਦੇ ਸਨ। ਹੁਣ ਜਿਹੜਾ ਉੱਥੇ ਤਜਰਬੇ ਕਰਨ ਵਾਲਾ ਸੀ ਉਹ ਤਾਂ ਦੇਸ਼ ਦਾ ਪ੍ਰਧਾਨ ਮੰਤਰੀ ਬਣ ਗਿਆ। ਅੱਜ ਕੱਲ੍ਹ RSS ਦੇ ਹਿੰਦੂਤਵ ਦੀ ਲੈਬੋਰਟਰੀ ਉੱਤਰ ਪ੍ਰਦੇਸ਼ ਬਣਿਆ। ਜਿਹੜੀ ਗੱਲ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਕਰਦਾ, ਬਾਕੀ ਦੇ ਸਾਰੇ ਮੁੱਖ ਮੰਤਰੀ ਉਹਦੇ ਮਗਰ ਕਰਨ ਲੱਗ ਪੈਂਦੇ ਆ। ਉਹਨੇ ਲਵ ਜਹਾਦ ਦਾ ਕਾਨੂੰਨ ਬਣਾਇਆ ਤੇ ਮੱਧ ਪ੍ਰਦੇਸ਼ ਵਾਲੇ ਸ਼ਿਵਰਾਜ ਚੌਹਾਨ ਨੇ ਅੱਗਾ ਪਿੱਛੇ ਨਹੀਂ ਵੇਖਿਆ, ਫਟਾਫਟ ਉਹਦੇ ਨਾਲ ਵੀ ਸਖਤ ਬਣਾਤਾ ਤੇ ਫਿਰ ਉੱਤਰਾਖੰਡ ਵਿੱਚ ਤੇ ਹੋਰਨੀ ਥਾਈਂ ਬਣਨ ਲੱਗ ਪਿਆ। ਇਸੇ ਤਰ੍ਹਾਂ ਹੀ ਜਿਹੜਾ ਆਹ ਕਾਨੂੰਨ ਹੈ ਇਹ ਵੀ ਉੱਤਰ ਪ੍ਰਦੇਸ਼ ਤੋਂ ਸ਼ੁਰੂ ਹੋਇਆ। ਔਰ ਜਿਹੜੇ ਲੋਕਾਂ ਨੇ ਕਿਸੇ ਮੁਜ਼ਾਹਰੇ ਦੇ ਦੌਰਾਨ ਕੋਈ ਭੰਨ ਤੋੜ ਕੀਤੀ ਸੀ, ਕਿਸੇ ਵਕਤ ਗੁੱਸੇ 'ਚ ਆ ਗਏ ਸਨ, ਵੀਡੀਓ ਦੇ ਵਿੱਚ ਉਹਨਾਂ ਦੀਆਂ ਫੋਟੋ ਚੁਣ ਕੇ ਭਾਵੇਂ ਉਹਨਾਂ ਦੇ ਉੱਤੇ ਜਦੋਂ ਪੁਲਿਸ ਨੇ ਅਥਰੂ ਗੈਸ ਚਲਾਈ ਤੇ ਗੁੱਸੇ ਵਿੱਚ ਆ ਕੇ ਇਹੋ ਜਿਹੇ ਮੌਕੇ ਤੇ ਅਮਰੀਕਾ, ਕੈਨੇਡਾ ਤੇ ਇੰਗਲੈਂਡ ਦੇ ਵਿੱਚ ਵੀ ਲੋਕੀ ਅੱਗੋਂ ਪੱਥਰ ਕਈ ਵਾਰ ਚਲਾ ਦਿੰਦੇ ਨੇ। ਉਹਨਾਂ ਦੇ ਉੱਤੇ ਜਦੋਂ ਅਥਰੂ ਗੈਸ ਚੱਲਦੀ ਸੀ ਉਹਨਾਂ ਗੁੱਸੇ 'ਚ ਆ ਕੇ 4 ਪੱਥਰ ਚਲਾ ਦਿੱਤੇ ਹੋਣਗੇ। ਉਹਨਾਂ ਦੀਆਂ ਫੋਟੋ ਚੁਣ ਕੇ ਪੱਥਰ ਚਲਾਉਂਦਿਆਂ ਦੀਆਂ ਇੱਕ ਲੰਮੀ ਕੰਧ ਦੇ ਉੱਤੇ ਸਰਕਾਰੀ ਬਿਲਡਿੰਗ ਦੇ ਉਹ ਸਾਰੀਆਂ ਫੋਟੋ ਬਾਜ਼ਾਰ ਵਿੱਚ ਲਾਤੀਆਂ ਗਈਆਂ ਕਿ ਆਹ ਲੋਕ ਨੇ ਜਿਹੜੇ ਦੰਗਾ ਕਰਨ ਦੇ ਦੋਸ਼ੀ ਨੇ। ਹਾਲਾਂਕਿ ਜਦ ਤੱਕ ਕੋਈ ਬੰਦਾ ਕਿਸੇ ਅਦਾਲਤ ਵਿੱਚੋਂ ਦੋਸ਼ੀ ਨਾ ਠਹਿਰਾਇਆ ਜਾਵੇ ਜਾਂ ਅਦਾਲਤ ਉਹਨੂੰ ਭਗੌੜਾ ਕਰਾਰ ਨਾ ਦੇਵੇ, ਉਹਦੇ ਵਾਸਤੇ ਇਹੋ ਜਿਹਾ ਹੁਕਮ ਨਾ ਦੇਵੇ ਕਿ ਇਹਦੀ ਫੋਟੋ ਜਾਰੀ ਕਰੋ, ਕੋਈ ਕਾਨੂੰਨ ਨਹੀਂ ਕਹਿੰਦਾ ਕਿ ਕਿਸੇ ਬੰਦੇ ਦੀ ਇਸ ਤਰ੍ਹਾਂ ਫੋਟੋ ਜਾਰੀ ਕੀਤੀ ਜਾਵੇ। ਪਰ ਉੱਤਰ ਪ੍ਰਦੇਸ਼ 'ਚ ਇਹ ਵੀ ਕੰਮ ਹੋਇਆ ਸੀ। ਹੁਣ ਜਿਹੜੀ ਹਰਿਆਣੇ ਦੀ ਭਾਜਪਾ ਸਰਕਾਰ ਹੈ, ਮਨੋਹਰ ਲਾਲ ਖੱਟਰ ਵੀ ਆਖਿਰਕਾਰ ਮੁੱਖ ਮੰਤਰੀ ਬਣਨ ਤੋਂ ਇੱਕ ਦਿਨ ਪਹਿਲਾਂ ਤੱਕ RSS ਦਾ ਸਵੈਮ ਸੇਵਕ ਸੀ। RSS ਦੀ ਸ਼ਾਖਾ 'ਚ ਪਰੇਡ ਕਰਨ ਜਾਂਦਾ ਹੁੰਦਾ ਸੀ ਨਿੱਕਰ ਪਾ ਕੇ। ਬਿਲਕੁਲ ਉਸੇ ਢੰਗ ਨਾਲ ਹੁਣ ਉਹ ਵੀ ਸਾਰਾ ਕੁਝ ਲਾਗੂ ਕਰਨ ਦਾ ਯਤਨ ਕਰਦਾ ਪਿਆ। ਪਰ ਇਹ ਖੇਡਾਂ ਜੇ ਖੇਡਣਗੇ, ਜੇ ਇਸ ਤਰ੍ਹਾਂ ਦੀ ਸਖਤੀ ਦਾ ਮੋੜ ਬਣਾਉਣਗੇ, ਲੋਕੀ ਇਹ ਪੁੱਛਣਗੇ ਕਿ ਅਜੇ ਚੇਤਾ ਭੁੱਲ ਗਿਆ ਉੱਤਰਾਖੰਡ ਦੇ ਵਿੱਚ ਭਾਜਪਾ ਦੇ MLA ਨੇ ਡਾਂਗ ਨਾਲ ਕੁੱਟ ਕੇ ਪੁਲਿਸ ਦੇ ਘੋੜੇ ਦੀ ਲੱਤ ਭੰਨ ਦਿੱਤੀ ਸੀ। ਉਹਦਾ ਮੁਆਵਜ਼ਾ ਫਿਰ ਕੌਣ ਦਊਗਾ? ਉਹ ਵੀ ਕਿਸੇ ਨੇ ਭਰਨਾ ਕਿ ਨਹੀਂ ਭਰਨਾ। ਜਦੋਂ ਮੱਧ ਪ੍ਰਦੇਸ਼ ਦੇ ਵਿੱਚ ਭਾਜਪਾ ਦੇ ਇੱਕ MLA ਨੇ, ਜਿਹਦਾ ਬਾਪ ਭਾਜਪਾ ਦਾ ਕੇਂਦਰ ਦਾ ਜਨਰਲ ਸੈਕਟਰੀ ਸੀ, ਉਹਨੇ ਕੁੱਟ ਕੇ ਤੇ ਲੱਤ ਤੋੜ ਦਿੱਤੀ ਸੀ ਇੱਕ ਇੰਜੀਨੀਅਰ ਦੀ, ਉਹਦਾ ਮੁਆਵਜ਼ਾ ਕਿਹਨੇ ਦੇਣਾ? ਇਦਾਂ ਦੇ ਬਹੁਤ ਸਾਰੇ ਕੇਸ ਹੈ। ਪਰ ਭਾਜਪਾ ਕਿਉਂਕਿ ਇਸ ਵੇਲੇ ਉਹਦੇ ਹੱਥ 'ਚ ਰਾਜ ਦੀ ਵਾਗਡੋਰ ਆ, ਉਹਦੀ ਦੁਰਵਰਤੋਂ ਕਰਕੇ ਕਿਸੇ ਵੀ ਹੱਦ ਤੱਕ ਜਾਂਦੀ ਪਈ ਜਾਪਦੀ ਹੈ। ਪੰਨੂ ਸਾਹਿਬ, ਖੇਤੀ ਕਾਨੂੰਨਾਂ ਦਾ ਮੁੱਦਾ ਪਹਿਲਾਂ UK ਦੀ ਪਾਰਲੀਮੈਂਟ ਵਿੱਚ, ਹੁਣ ਅਮਰੀਕਾ ਦੀ ਪਾਰਲੀਮੈਂਟ ਵਿੱਚ ਇਹ ਮੁੱਦਾ ਚੁੱਕਿਆ ਗਿਆ। ਇਹ ਕਿਵੇਂ ਦੇਖਦੇ ਹੋ? ਵੈਸੇ ਭਾਰਤ ਵਾਲੇ ਪਾਸੇ ਵੀ ਕਈ ਵਾਰ ਗੱਲਬਾਤ ਹੋਈ ਹੈ ਪਰ ਨੇਪਰੇ ਬਹੁਤੀ ਚੜ੍ਹੀ ਨਹੀਂ। ਦੇਖੋ, ਜਿਹੜਾ ਇਹ ਭਾਰਤ ਦੇ ਖੇਤੀ ਕਾਨੂੰਨਾਂ ਦਾ ਮੁੱਦਾ ਜਿਹਦੇ ਤੋਂ ਭਾਰਤ ਦੇ ਕਿਸਾਨ ਤੰਗ ਨੇ ਤੇ ਪਿਛਲੇ ਸਾਲ ਸਤੰਬਰ ਤੋਂ ਲੈ ਕੇ ਉਹ ਸੰਘਰਸ਼ ਕਰਦੇ ਪਏ, ਸਤੰਬਰ, ਅਕਤੂਬਰ, ਨਵੰਬਰ, ਦਸੰਬਰ 4 ਮਹੀਨੇ ਪਿਛਲੇ ਤੇ ਹੁਣ 2.5 ਮਹੀਨੇ ਆ ਵੀ ਲੰਘ ਗਿਆ। ਇਹਦਾ ਮਤਲਬ 6.5 ਮਹੀਨੇ ਤੋਂ ਵੱਧ ਹੋ ਗਿਆ ਸੰਘਰਸ਼ ਕਰਦਿਆਂ। ਉਸ ਮੁੱਦੇ ਦੇ ਉੱਤੇ ਵੱਖ-ਵੱਖ ਦੇਸ਼ਾਂ ਦੇ ਵਿੱਚ ਆਵਾਜ਼ ਉੱਠੀ ਹੈ। ਇੰਗਲੈਂਡ ਵਿੱਚ ਵੀ ਉੱਠੀ, ਔਰ ਇੰਗਲੈਂਡ ਵਿੱਚ ਤਾਂ ਬੜੀ ਲੰਬੀ ਚੌੜੀ ਤੇ ਬਹਿਸ ਵੀ ਹੋਈ ਪਾਰਲੀਮੈਂਟ ਦੇ ਵਿੱਚ। ਕੈਨੇਡਾ ਵਿੱਚ ਵੀ ਆਵਾਜ਼ ਉੱਠੀ ਹੈ, ਆਸਟ੍ਰੇਲੀਆ ਵਿੱਚ ਵੀ ਉੱਠੀ ਹੈ। ਕਈਆਂ ਦੇਸ਼ਾਂ ਦੇ ਵਿੱਚ ਸੂਬਾਈ ਅਸੈਂਬਲੀਆਂ ਜਿਹੜੀਆਂ ਨੇ, ਉੱਥੇ ਅਸੈਂਬਲੀਆਂ ਨਹੀਂ ਬਹੁਤੀਆਂ ਥਾਵਾਂ ਤੇ ਕਹਿੰਦੇ, ਉਹਨੂੰ ਪ੍ਰੋਵਿੰਸ਼ੀਅਲ ਪਾਰਲੀਮੈਂਟ ਕਹਿੰਦੇ ਆ। ਉਹਨਾਂ ਪ੍ਰੋਵਿੰਸ਼ੀਅਲ ਪਾਰਲੀਮੈਂਟਸ ਦੇ ਵਿੱਚ ਵੀ ਇਹ ਮੁੱਦਾ ਉੱਠਿਆ ਤੇ ਉੱਥੋਂ ਦੇ ਮੈਂਬਰਾਂ ਨੇ, ਜਿਹੜੇ ਲੋਕਾਂ ਵੱਲੋਂ ਚੁਣੇ ਹੋਏ ਮੈਂਬਰ, ਉਹਨਾਂ ਨੇ ਆਖਿਆ ਕਿ ਭਾਰਤ ਦੇ ਕਿਸਾਨਾਂ ਨਾਲ ਜ਼ਿਆਦਤੀ ਹੋ ਰਹੀ ਹੈ, ਭਾਰਤ ਸਰਕਾਰ ਉਹਨਾਂ ਦੀ ਗੱਲ ਸੁਣੇ। ਭਾਰਤ ਸਰਕਾਰ ਕਹਿੰਦੀ ਹੈ ਜੀ ਸਾਡੇ ਅੰਦਰੂਨੀ ਮਾਮਲਿਆਂ 'ਚ ਦਖਲ ਹੈ। ਇਹ ਕਦਾ ਦਖਲ ਹੈ? ਜਦੋਂ ਤੁਸੀਂ ਦੂਸਰੇ ਦੇਸ਼ਾਂ ਦੇ ਬਾਰੇ ਟਿੱਪਣੀਆਂ ਕਰਦੇ ਹੋ। ਜਦੋਂ ਭਾਰਤ ਦਾ ਪ੍ਰਧਾਨ ਮੰਤਰੀ ਅਮਰੀਕਾ 'ਚ ਜਾ ਕੇ ਇੱਕ ਵੱਡੀ ਰੈਲੀ ਕਰਕੇ ਤੇ ਉੱਥੋਂ ਦੀਆਂ ਚੋਣਾਂ ਦੇ ਵਿੱਚ ਦਖਲ ਦੇ ਕੇ ਇਹ ਕਹਿ ਦਿੰਦਾ ਅਬ ਕੀ ਬਾਰ ਟਰੰਪ ਸਰਕਾਰ, ਤੇ ਫਿਰ ਦੂਸਰਿਆਂ ਨੂੰ ਤੁਸੀਂ ਇਹੋ ਜਿਹੀਆਂ ਟਿੱਪਣੀਆਂ ਕਰਨ ਤੋਂ ਕਿਸ ਤਰ੍ਹਾਂ ਰੋਕ ਸਕਦੇ ਹੋ? ਇਹ ਟਿੱਪਣੀਆਂ ਪਹਿਲਾਂ ਤੇ ਲੋਕੀ ਵੀ ਕਹਿੰਦੇ ਸਨ ਕਿ ਸਾਡੇ ਦੇਸ਼ ਦੇ ਮਾਮਲਿਆਂ 'ਚ ਦਖਲ ਹੈ, ਪਰ ਹੁਣ ਹੌਲੀ ਹਾਲਤ ਬਣ ਗਈ ਹੈ ਕਿ ਦੁਨੀਆ ਦਾ ਸ਼ਾਇਦ ਹੀ ਕੋਈ ਦੇਸ਼ ਰਹਿ ਜਾਵੇ ਜਿੱਥੇ ਇਹਦੇ ਬਾਰੇ ਚਰਚਾ ਨਾ ਹੋਵੇ। ਸਭ ਥਾਵਾਂ ਤੇ ਚਰਚਾ ਹੁੰਦੀ ਪਈ ਹੈ। ਇੱਥੋਂ ਤੱਕ ਕਿ ਅਫਰੀਕਾ ਵਰਗੇ ਦੇਸ਼ਾਂ ਦੇ ਵਿੱਚ ਵੀ ਇਸ ਗੱਲ ਦੀ ਚਰਚਾ ਹੁੰਦੀ ਪਈ ਹੈ ਕਿ ਭਾਰਤ ਦੇ ਕਿਸਾਨਾਂ ਨੇ ਜਿੰਨਾ ਸਿਰੜ ਦਾ ਸੰਘਰਸ਼ ਲੜਿਆ, ਉਹਦੇ ਤੋਂ ਸਬਕ ਸਿੱਖਣਾ ਚਾਹੀਦਾ ਤੇ ਸਾਨੂੰ ਵੀ ਉਹ ਸਬਕ ਸਿੱਖ ਕੇ ਇਸ ਤਰ੍ਹਾਂ ਦੇ ਕਦਮ ਚੁੱਕਣੇ ਚਾਹੀਦੇ ਆ ਕਿ ਇੱਥੇ ਕਿਸਾਨਾਂ ਦੀ ਲੁੱਟ ਰੋਕੀ ਜਾ ਸਕੇ। ਉੱਥੋਂ ਦੇ ਅਫਰੀਕਾ ਦੇ ਛੋਟੇ ਦੇਸ਼ਾਂ ਦੇ ਕਿਸਾਨ ਲੀਡਰਾਂ ਨੇ ਦਿੱਲੀ ਦੇ ਵਿੱਚ ਸਿੰਘੂ ਬਾਰਡਰ ਦੇ ਉੱਤੇ ਧਰਨਾ ਲਾਈ ਬੈਠੇ ਸੰਯੁਕਤ ਕਿਸਾਨ ਮੋਰਚਾ ਦੇ ਲੀਡਰਾਂ ਨੂੰ ਇਹ ਆਖਿਆ ਕਿ ਤੁਸੀਂ ਸਾਨੂੰ ਇੱਕ ਰਾਹ ਵਿਖਾ ਦਿੱਤਾ, ਸਾਨੂੰ ਇੱਥੇ ਛੋਟੇ ਅਫਰੀਕਾ ਦੇ ਦੇਸ਼ਾਂ ਵਾਲਿਆਂ ਨੂੰ ਅਜੇ ਤੱਕ ਰਾਹ ਕੋਈ ਨਹੀਂ ਸੀ ਲੱਭਦਾ। ਅਸੀਂ ਸਮਝਦੇ ਹਾਂ ਕਿ ਤੁਹਾਡੇ ਤੋਂ ਸੇਧ ਲੈ ਕੇ ਤੇ ਅਸੀਂ ਵੀ ਆਪੋ ਆਪਣੇ ਦੇਸ਼ ਵਿੱਚ ਕਿਸਾਨਾਂ ਦੀਆਂ ਮੰਗਾਂ ਲਈ ਲੜ ਸਕਦੇ ਹਾਂ, ਕਿਉਂਕਿ ਇੱਥੇ ਵੀ ਜ਼ਮੀਨਾਂ ਥੋੜ੍ਹੀਆਂ ਤੇ ਮਸਲੇ ਬਹੁਤੇ ਆ।
ਜੇ ਅਮਰੀਕਾ ਦਾ ਇੱਕ ਸਾਬਕਾ ਰਾਸ਼ਟਰਪਤੀ ਇਸ ਗੱਲ ਦੇ ਉੱਤੇ ਬਿਆਨ ਦੇ ਸਕਦਾ ਤੇ ਅਮਰੀਕਾ ਦੀ ਪਾਰਲੀਮੈਂਟ ਵਿੱਚ ਵੀ ਇਹ ਮੁੱਦਾ ਜੇ ਉੱਠ ਪਿਆ ਤੇ ਇਹਦੇ ਉੱਤੇ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ। ਜੀ ਸਾਨੂੰ ਇਸ ਗੱਲ ਦੇ ਉੱਤੇ ਇਤਰਾਜ਼ ਕੋਈ ਨਹੀਂ ਕਰਨਾ ਚਾਹੀਦਾ ਕਿ ਅਮਰੀਕਾ ਦੀ ਪਾਰਲੀਮੈਂਟ ਦੇ ਵਿੱਚ ਕਈਆਂ ਮੈਂਬਰਾਂ ਨੇ ਉੱਥੋਂ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੂੰ ਆਖਿਆ ਕਿ ਤੁਸੀਂ ਭਾਰਤ ਚੱਲੇ ਹੋ, ਭਾਰਤ ਦੀ ਸਰਕਾਰ ਨਾਲ ਇਸ ਮੁੱਦੇ ਤੇ ਗੱਲ ਕਰਿਓ, ਕਿਉਂਕਿ ਇਸ ਮੁੱਦੇ ਦੇ ਉੱਤੇ ਦੁਨੀਆ ਵਿੱਚ ਇਹ ਪ੍ਰਭਾਵ ਹੈ ਕਿ ਭਾਰਤ ਸਰਕਾਰ ਕਿਸਾਨਾਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਹੀ ਹੈ। ਦੁਨੀਆ ਭਰ 'ਚ ਇਹ ਪ੍ਰਭਾਵ ਹੈ ਕਿ ਭਾਰਤ ਸਰਕਾਰ ਇੱਕ ਤਰਫਾ ਕਾਨੂੰਨ ਲਾਗੂ ਕਰਕੇ ਤੇ ਇੱਥੋਂ ਦੇ ਕਿਸਾਨਾਂ ਦਾ ਨੁਕਸਾਨ ਕਾਫੀ ਵੱਡਾ ਕਰਨ ਲੱਗੀ ਹੈ। ਜੇ ਸਾਰੀ ਦੁਨੀਆ 'ਚ ਇਹ ਪ੍ਰਭਾਵ ਹੈ ਤੇ ਉੱਥੋਂ ਦੇ ਜਿਹੜੇ ਪਾਰਲੀਮੈਂਟ ਮੈਂਬਰ ਨੇ ਉਹਨਾਂ ਨੇ ਆਪਣੇ ਵਿਦੇਸ਼ ਮੰਤਰੀ ਨੂੰ ਇਹ ਗੱਲ ਕਹਿ ਦਿੱਤੀ ਕਿ ਤੁਸੀਂ ਉੱਥੇ ਜਾ ਕੇ ਭਾਰਤ ਦੀ ਸਰਕਾਰ ਨਾਲ ਗੱਲ ਕਰਿਓ, ਤੇ ਕੋਈ ਗਲਤ ਨਹੀਂ ਕਿਹਾ। ਡੈਮੋਕ੍ਰੇਸੀ ਕਿਹੋ ਜਿਹੀਆਂ ਗੱਲਾਂ ਨੂੰ ਉਹਨਾਂ ਨੂੰ ਆਪਣੇ ਦੇਸ਼ 'ਚ ਕਰਨ ਦਾ ਹੱਕ ਹੈ, ਉਹ ਕਰਨਗੇ। ਭਾਰਤ ਸਰਕਾਰ ਨੇ ਸੁਣਨੀ ਹੈ ਸੁਣੇ, ਨਹੀਂ ਸੁਣਨੀ ਨਾ ਸੁਣੇ, ਪਰ ਉੱਥੇ ਅਮਰੀਕਾ ਦੇ ਵਿੱਚ ਬਹੁਤ ਵੱਡੀ ਗਿਣਤੀ 'ਚ ਭਾਰਤੀ ਰਹਿੰਦੇ ਆ। ਜੇ ਉਹਨਾਂ 'ਚੋਂ ਕੁਝ ਭਾਰਤੀ ਰਾਮ ਮੰਦਿਰ ਵਾਸਤੇ ਇਕੱਠ ਕਰ ਸਕਦੇ ਆ, ਜੇ ਉਹਨਾਂ 'ਚੋਂ ਕੁਝ ਮੰਦਿਰ ਜਿਹੜੇ ਭਾਰਤੀ ਨੇ ਉੱਥੇ ਮੋਦੀ ਹਰ ਹਰ ਮੋਦੀ ਦੇ ਨਾਅਰੇ ਲਾ ਸਕਦੇ ਆ, ਜੇ ਉੱਥੇ ਬੈਠੇ ਭਾਰਤੀ ਹੋਰ ਗੱਲਾਂ ਦੇ ਵਿੱਚ ਆਪਣੇ ਇੱਥੋਂ ਦੇ ਲੋਕਾਂ ਨਾਲ ਸਹਿਮਤੀ ਪ੍ਰਗਟ ਕਰ ਸਕਦੇ, ਇਕਮੁੱਠਤਾ ਪ੍ਰਗਟ ਕਰ ਸਕਦੇ ਆ, ਤੇ ਇਹੋ ਜਿਹੇ ਕਿਸਾਨੀ ਮੁੱਦੇ ਦੇ ਉੱਤੇ ਵੀ ਜੇ ਉਹ ਇਹੋ ਜਿਹੀ ਗੱਲ ਕੋਈ ਕਰਦੇ ਨੇ ਤੇ ਉਹਨਾਂ ਦੇ ਦਬਾਅ ਥੱਲੇ ਜਾਂ ਉਹਨਾਂ ਦੇ ਭਾਵਨਾਵਾਂ ਨੂੰ ਵੇਖਦੇ ਹੋਏ ਉਹਨਾਂ ਦੇ ਇਲਾਕਿਆਂ 'ਚੋਂ ਚੁਣੇ ਹੋਏ ਪਾਰਲੀਮੈਂਟ ਮੈਂਬਰ ਆਪਣੀ ਪਾਰਲੀਮੈਂਟ ਦੇ ਵਿੱਚ ਜਾ ਕੇ ਜੇ ਉਹ ਆਪਣੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੂੰ ਕਹਿੰਦੇ ਆ ਕਿ ਭਾਰਤ ਚੱਲੇ ਹੋ ਤੇ ਇਸ ਮੁੱਦੇ ਦੇ ਉੱਤੇ ਉੱਥੇ ਗੱਲ ਜ਼ਰੂਰ ਕਰਿਓ, ਤੇ ਇਹਦੇ ਉੱਤੇ ਭਾਰਤ ਸਰਕਾਰ ਨੂੰ ਕੋਈ ਬੁਰਾ ਨਹੀਂ ਮਨਾਉਣਾ ਚਾਹੀਦਾ। ਉਹਨਾਂ ਦਾ ਹੱਕ ਹੈ, ਉਹ ਕਹਿ ਦੇਣਗੇ ਤੁਸੀਂ ਸੁਣਨੀ ਸੁਣਿਓ, ਨਹੀਂ ਸੁਣਨੀ ਨਾ ਸੁਣਿਓ, ਪਰ ਇੰਨੀ ਗੱਲ ਤੋਂ ਨਹੀਂ ਤੁਸੀਂ ਮੁੱਕਰ ਸਕਦੇ ਕਿ ਮੁੱਦਾ ਹੁਣ ਇੰਟਰਨੈਸ਼ਨਲਾਈਜ਼ ਹੋ ਗਿਆ, ਕਿਸਾਨਾਂ ਦਾ ਮੁੱਦਾ ਇਸ ਵੇਲੇ ਸੰਸਾਰ ਪੱਧਰ ਦਾ ਮੁੱਦਾ ਬਣ ਗਿਆ। ਪੰਨੂ ਸਾਹਿਬ, ਉਨਾਵ ਤੋਂ ਇੱਕ ਸਾਬਕਾ ਪਾਰਲੀਮੈਂਟ ਮੈਂਬਰ ਹੈ ਅਨੂ ਟੰਡਨ, ਉਹਨੂੰ 2 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਕੀ ਕੇਸ ਸੀਗਾ? ਦੇਖੋ, ਸੱਚੀ ਗੱਲ ਇਹ ਹੈ ਕਿ ਜੇ ਅਨੂ ਟੰਡਨ ਦੀ ਕਹਾਣੀ ਮੈਂ ਖੋਲ ਬੈਠਾ ਤੇ ਉਹ ਇੱਕੋ ਹੀ ਮੁੱਦਾ ਇਸ ਤਰ੍ਹਾਂ ਦਾ ਜਿਹਦੇ ਉੱਤੇ ਮੈਂ 1 ਘੰਟਾ ਲਗਾਤਾਰ ਬੋਲ ਸਕਦਾ। ਇਹ ਅਨੂ ਟੰਡਨ ਨਾ 3 'ਚ ਹੁੰਦੀ ਸੀ ਨਾ 13 'ਚ ਹੁੰਦੀ ਸੀ। ਇਹਦਾ ਪਤੀ ਇਨਕਮ ਟੈਕਸ ਦਾ ਬਹੁਤ ਵੱਡਾ ਅਫਸਰ ਸੀ। ਉਹ ਜਦੋਂ ਇਨਕਮ ਟੈਕਸ ਦਾ ਵੱਡਾ ਅਫਸਰ ਹੁੰਦਾ ਸੀ, IRS ਸੀਗਾ, ਉਹਨੇ ਰਿਲਾਇੰਸ ਕੰਪਨੀ ਦੇ ਉੱਤੇ ਛਾਪੇ ਮਾਰੇ ਸਨ ਤੇ ਉੱਥੋਂ 2 ਟਰੱਕਾਂ ਦੇ ਵਿੱਚ ਡਾਕੂਮੈਂਟਸ ਭਰ ਕੇ ਲੈ ਗਿਆ ਸੀ। ਉਹਨਾਂ ਦੇ ਘਰ ਵਿੱਚ ਵੀ ਮੁਕੇਸ਼ ਅੰਬਾਨੀ ਦੇ ਉਹਨੇ ਛਾਪਾ ਮਾਰਿਆ ਸੀ। ਫਿਰ ਛਾਪਾ ਮਾਰਨ ਤੋਂ ਬਾਅਦ ਜਦੋਂ ਸਾਰੇ ਦੇਸ਼ ਵਿੱਚ ਤਰਤੱਲੀ ਮਚ ਗਈ ਤੇ ਮੁੜ ਕੇ ਮੁਕੇਸ਼ ਅੰਬਾਨੀ ਨਾਲ ਉਹਦੀ ਕਿਸੇ ਪਾਸੇ ਥਾਂ ਤੇ ਕਿਸੇ ਦੇ ਬੈਠ ਕੇ ਮੀਟਿੰਗ ਹੋਈ। ਉਸ ਮੀਟਿੰਗ ਤੋਂ ਬਾਅਦ ਪਤਾ ਨਹੀਂ ਕੀ ਸਹਿਮਤੀ ਹੋਈ ਕਿ ਰਿਲਾਇੰਸ ਕੰਪਨੀ ਨੇ ਫਟਾਫਟ ਉਹਦੇ ਦੋਵੇਂ ਪੁੱਤਰਾਂ ਨੂੰ ਆਪਣੀ ਇਸ ਜਿਹੜੀ ਕਾਰਪੋਰੇਸ਼ਨ ਆ ਉਹਦੇ 'ਚ ਵੱਡੇ ਵੱਡੇ ਅਹੁਦੇ ਦੇ ਦਿੱਤੇ ਤੇ ਅਫਸਰ ਰਾਬਤਾ ਤੇ ਲੱਖਾਂ ਦੀਆਂ ਤਨਖਾਹਾਂ ਬੰਨ ਦਿੱਤੀਆਂ। ਜਦੋਂ ਇਹ ਬੰਨ ਦਿੱਤੀਆਂ ਤੇ ਇਹਦੇ ਅਨੂ ਟੰਡਨ ਦੇ ਪਤੀ ਨੇ ਰਿਲਾਇੰਸ ਦੀ ਸਾਰੀ ਫਾਈਲ ਜਿਹੜੀ ਸੀ ਉਹ ਠੱਪ ਕਰਕੇ ਮੁਕੱਦਮੇ 'ਚ ਆਖਿਆ ਜੇ ਰਿਹਾ ਹੀ ਕੁਛ ਨਹੀਂ, ਤੇ ਠੱਪ ਕਰਦੇ ਸਾਰ ਨਾਲ ਹੀ ਉੱਥੋਂ ਅਸਤੀਫਾ ਦਿੱਤਾ ਤੇ ਉਹ ਵੀ ਰਿਲਾਇੰਸ ਕੰਪਨੀ 'ਚ ਆ ਕੇ ਲੱਗ ਗਿਆ। ਉਹਦੇ ਬਾਅਦ ਪਤਾ ਲੱਗਾ ਕਿ ਉਹ ਹਰ ਤੀਸਰੇ ਦਿਨ ਸਵਿਟਜ਼ਰਲੈਂਡ ਨੂੰ ਤੁਰ ਜਾਂਦਾ ਤੇ ਕਿਉਂ ਜਾਂਦਾ, ਤੇ ਅਨੂ ਟੰਡਨ ਉਹਦੇ ਨਾਲ ਜਾਂਦੀ ਸੀ। ਉਹਦੇ ਤੋਂ ਬਾਅਦ ਉਦੋਂ ਜਿਹੜੀ ਕਾਂਗਰਸ ਪਾਰਟੀ ਆ ਉਹਦੇ ਨਾਲ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਇਹਨਾਂ ਦਾ ਰਿਲਾਇੰਸ ਵਾਲਿਆਂ ਦਾ ਬਹੁਤ ਨੇੜ ਹੁੰਦਾ ਸੀ। ਇਹਨਾਂ ਨੇ 2009 ਦੇ ਵਿੱਚ ਅਨੂ ਟੰਡਨ ਨੂੰ ਟਿਕਟ ਦੇ ਦਿੱਤੀ ਤੇ ਇਹ ਉਨਾਓ ਤੋਂ ਜਾ ਕੇ ਚੋਣ ਲੜੀ। ਉਹਦੇ ਤੋਂ ਪਹਿਲਾਂ ਜਿਹੜੀਆਂ 2004 ਦੀਆਂ ਚੋਣਾਂ ਉੱਥੇ ਕਾਂਗਰਸ ਪਾਰਟੀ 4ਥੇ ਨੰਬਰ ਤੇ ਆਈ ਸੀ। ਰਿਲਾਇੰਸ ਵਾਲਿਆਂ ਨੇ ਖਰਚ ਕੀਤਾ, ਰਿਲਾਇੰਸ ਵਾਲਿਆਂ ਨੇ ਸਭ ਕੁਝ ਕੀਤਾ ਤੇ ਅਨੂ ਟੰਡਨ ਸੀਟ ਜਿੱਤ ਗਈ 3 ਲੱਖ ਵੋਟਾਂ ਦੇ ਫਰਕ ਨਾਲ। ਪਰ ਮੁੜ ਕੇ ਉਹ ਸੀਟ ਜਿੱਤਣ ਤੋਂ 1 ਸਾਲ ਬਾਅਦ, ਕਿਉਂਕਿ ਦੋਵੇਂ ਜੀ ਵਾਰ-ਵਾਰ ਸਵਿਟਜ਼ਰਲੈਂਡ ਨੂੰ ਗੇੜੇ ਮਾਰਦੇ ਸਨ, ਗੱਲ ਇਹ ਨਿਕਲ ਆਈ ਕਿ ਆਪਣਾ ਪੈਸਾ ਵੀ ਸਵਿਟਜ਼ਰਲੈਂਡ 'ਚ ਰੱਖਿਆ ਤੇ ਇਹ ਵੀ ਗੱਲ ਨਿਕਲੀ ਕਿ ਅੰਬਾਨੀਆਂ ਦਾ ਪੈਸਾ ਵੀ ਸਵਿਟਜ਼ਰਲੈਂਡ 'ਚ ਦੱਬਣ ਵਾਸਤੇ ਇਹ ਅੱਗੋਂ ਵਿਚੋਲਗੀ ਕਰਦੇ ਨੇ। ਉੱਥੇ ਗਏ ਸੀ ਤੇ ਇਹਦਾ ਪਤੀ ਵੀ ਸਵਿਟਜ਼ਰਲੈਂਡ ਦੇ ਵਿੱਚ ਹੀ ਉਹਦੀ ਮੌਤ ਹੋਈ ਸੀ। ਉਹਦੀ ਮੌਤ ਤੋਂ ਬਾਅਦ ਜੋ ਕੁਝ ਰਾਜ ਸਨ ਦੱਬੇ ਰਹਿ ਗਏ ਤੇ ਅਨੂ ਟੰਡਨ ਜਿਹੜੀ ਆ ਉਹਦੀ ਨਾ ਕਾਂਗਰਸ ਵਾਲਿਆਂ ਨੇ ਬਾਅਦ ਵਿੱਚ ਪੈਰਵੀ ਕੀਤੀ ਤੇ ਨਾ ਰਿਲਾਇੰਸ ਵਾਲਿਆਂ ਨੇ ਸਾਥ ਦਿੱਤਾ। ਮੁੰਡਿਆਂ ਦੀਆਂ ਨੌਕਰੀਆਂ ਜਿਹੜੀਆਂ ਨੇ ਉਹ ਵੀ ਪਹਿਲਾਂ ਬੜੇ ਅਹੁਦੇ ਨਾਲ ਰਹੇ ਥੱਲੇ ਆ ਗਏ। ਇਹਨੂੰ ਅਗਲੀ ਵਾਰੀ ਟਿਕਟ ਮਿਲ ਗਈ ਤੇ ਜਿਹੜੀ 3 ਲੱਖ ਤੇ ਜਿੱਤੀ ਸੀ ਆਪਣੇ ਪਤੀ ਦੀ ਮੌਤ ਤੋਂ ਬਾਅਦ ਜਦੋਂ ਰਿਲਾਇੰਸ ਵਾਲਿਆਂ ਨੇ ਮੂੰਹ ਫੇਰ ਲਿਆ ਤੇ ਫਿਰ ਇਹ 4ਥੇ ਨੰਬਰ ਤੇ ਆਈ ਤੇ ਇਹਨੂੰ ਸਾਰੀਆਂ 16% ਵੋਟਾਂ ਉੱਥੋਂ ਪਈਆਂ ਸਨ। ਉਹਦੇ ਬਾਅਦ ਇਹ ਕਾਂਗਰਸ ਦੇ ਨਾਲ ਕੁਝ ਚਿਰ ਲੱਗੀ ਰਹੀ। ਫਿਰ ਇਹਨੇ ਵੇਖਿਆ ਕਿ ਇੱਥੇ ਤਾਂ ਮੇਰੀ ਕੋਈ ਪੁੱਛਗਿੱਛ ਹੈ ਨਹੀਂ। ਪਿਛਲੇ ਸਾਲ ਉਹ ਸਮਾਜਵਾਦੀ ਪਾਰਟੀ 'ਚ ਸ਼ਾਮਲ ਹੋ ਗਈ ਸੀ। ਇਹਨੂੰ ਹਰਾਇਆ ਸੀ ਸਾਕਸ਼ੀ ਮਹਾਰਾਜ ਨੇ। ਅੱਜ ਸਾਕਸ਼ੀ ਮਹਾਰਾਜ ਕਹਿੰਦਾ ਅਨੂ ਟੰਡਨ ਨੂੰ ਕੈਦ ਹੋ ਗਈ। ਸਾਕਸ਼ੀ ਮਹਾਰਾਜ ਆਪ ਕਿੰਨਾ ਕੁ ਸੱਚਾ ਸੋਚਾ, ਇਹਦੇ ਉੱਤੇ ਰੇਪ ਦਾ ਕੇਸ ਵੀ ਲੱਗਾ ਸੀ, ਇਹਦੇ ਉੱਤੇ ਕਤਲ ਦਾ ਕੇਸ ਵੀ ਲੱਗਾ ਸੀ, ਕਈ ਕਿਸਮ ਦੇ ਉਹ ਵੀ ਵਿਵਾਦਾਂ 'ਚ ਰਿਹਾ। ਇਹ ਜਿਹੜੀ ਉਨਾਓ ਦੀ ਸੀਟ ਆ, ਬਲਕਿ ਇਹ ਹਲਕਾ ਹੀ ਇਸ ਤਰ੍ਹਾਂ ਦਾ ਜਿਹਦੇ ਵਿੱਚ ਕਈ ਵਿਵਾਦ ਉੱਠਦੇ ਰਹੇ ਆ। ਬਹੁਤੇ ਲੋਕਾਂ ਨੂੰ ਇਹ ਚੇਤਾ ਨਹੀਂ ਹੋਣਾ, ਮਨਮੋਹਨ ਸਿੰਘ ਦੀ ਸਰਕਾਰ ਹੁੰਦੀ ਸੀ ਤੇ ਇੱਕ ਟੁੱਟੇ ਜਿਹੇ ਸਾਧ ਨੇ ਇਸੇ ਉਨਾਓ ਹਲਕੇ 'ਚ ਜਾ ਕੇ ਕਹਿਤਾ ਸੀ ਇੱਥੇ ਫਲਾਣੇ ਥਾਂ ਤੇ ਕਬਰ ਹੈ, ਉਸ ਕਬਰ ਨੂੰ ਪੁੱਟਿਆ ਜਾਵੇ। ਤੇ ਮੇਰੇ ਗੁਰੂ ਨੇ ਮੈਨੂੰ ਸੁਪਨੇ 'ਚ ਦੱਸਿਆ 2000 ਟਨ ਸੋਨਾ ਉਹਦੇ ਥੱਲੇ ਨਿਕਲਣਾ ਤੇ ਭਾਰਤ ਸਰਕਾਰ ਮਾਲਾ ਮਾਲ ਹੋ ਸਕਦੀ ਹੈ। ਅਗਲੇ ਪਾਸੇ ਭਾਰਤ ਸਰਕਾਰ ਏਡੇ ਸਿਆਣਿਆਂ ਦੀ ਸੀ
ਕਿ ਇੱਕ ਸਾਧ ਦੇ ਕਹਿਣ ਤੇ ਵੀ 2000 ਟਨ ਸੋਨਾ ਨਿਕਲਣਾ। ਦਿੱਲੀ ਤੋਂ ਆਰਕੀਓਲੋਜੀ ਸਰਵੇ ਵਾਲੇ ਵੱਡੇ ਵੱਡੇ ਅਧਿਕਾਰੀ ਵੀ ਚਲੇ ਗਏ, ਜੀਸੀਬੀ ਮਸ਼ੀਨਾਂ ਤੇ ਕਰੇਨਾਂ ਵੀ ਚਲੀਆਂ ਗਈਆਂ। ਸਮਾਧ ਬਚਾ ਕੇ ਉਹਦੇ ਥੱਲੇ ਥੱਲੇ 3 ਦਿਨ ਲਗਾਤਾਰ ਪਟਾਈ ਹੁੰਦੀ ਰਹੀ, ਤੇ ਫਿਰ ਪੁੱਟਿਆ ਪਹਾੜ ਤੇ ਕਹਿੰਦੇ ਚੂਹਾ ਨਿਕਲਿਆ। ਇੱਥੋਂ ਜੀ ਚੂਹਾ ਛੱਡ ਕੇ ਚੂਹੀ ਵੀ ਨਹੀਂ ਨਿਕਲੀ, ਕੱਖ ਵੀ ਨਹੀਂ ਸੀ ਨਿਕਲਿਆ। ਇਹ ਉਹ ਉਨਾਓ ਹਲਕਾ, ਇੱਥੇ ਸੋਈ ਚੱਜ ਦੇ ਬੰਦੇ ਘੱਟ ਹੀ ਜਿੱਤਦੇ ਆ। ਜਿਹੜਾ ਜੀ ਮਹਿੰਦਰ ਸਿੰਘ ਸਿੰਗਰ ਕਤਲ ਤੇ ਬਲਾਤਕਾਰ ਦੇ ਕੇਸ ਵਿੱਚ ਉਹਨੂੰ ਉਮਰ ਕੈਦ ਵੀ ਹੋਈ ਆ, ਤੇ ਅਜੇ ਹੋਰ ਉੱਤੇ ਕੇਸ ਚੱਲਦੇ ਆ। ਉਹ ਵੀ ਇਸੇ ਉਨਾਓ ਤੋਂ ਐਮਐਲਏ ਸੀ। ਇਹ ਉਸ ਸੀਟ ਤੋਂ ਜਿੱਤੀ ਹੋਈ ਬੀਬੀ ਸੀਗੀ ਅਨੂ ਟੰਡਨ, ਜਿਹਨੂੰ ਹੁਣ ਇਸ ਗੱਲ 'ਚ ਕੈਦ ਹੋਈ ਹੈ ਕਿ ਇਹਨੇ ਸਮਾਜਵਾਦੀ ਪਾਰਟੀ ਦੇ ਲੀਡਰਾਂ ਨਾਲ ਰਲ ਕੇ ਆਪਣੇ ਨੰਬਰ ਬਣਾਉਣ ਦੀ ਖਾਤਰ ਕਾਂਗਰਸ ਵਾਲਿਆਂ ਨਾਲ ਵੀ ਰਲ ਕੇ ਤੇ ਉੱਥੇ ਰੇਲ ਗੱਡੀ ਰੋਕੀ ਸੀ ਤੇ ਰੇਲਵੇ ਇੰਜਣ ਦੇ ਉੱਤੇ ਚੜ੍ਹ ਗਈ ਸੀ। ਉਹਦਾ ਕੇਸ ਬਣਾਇਆ ਸੀ ਰੇਲਵੇ ਪ੍ਰੋਟੈਕਸ਼ਨ ਫੋਰਸ ਵਾਲਿਆਂ ਨੇ। ਉਸ ਰੇਲਵੇ ਪ੍ਰੋਟੈਕਸ਼ਨ ਫੋਰਸ ਦੇ ਕੇਸ ਵਿੱਚ ਇਸ ਬੀਬੀ ਨੂੰ ਉੱਥੇ ਬਾਅਦ ਵਿੱਚ ਜਿਹੜਾ ਕੇਸ ਬਣਿਆ ਉਹ 'ਚ ਸਜ਼ਾ ਹੋ ਗਈ ਹੈ। ਹੁਣ ਚਲਦਿਆਂ ਇੱਕ ਤੁਹਾਨੂੰ ਹੋਰ ਮਜ਼ੇਦਾਰ ਗੱਲ ਦੱਸਦੇ ਹਾਂ ਜੀ ਕਿ ਜਿਸ ਤਰ੍ਹਾਂ ਅਨੂ ਟੰਡਨ ਦੇ ਪਤੀ ਨੇ ਰਿਲਾਇੰਸ ਘਰਾਣੇ ਤੇ ਛਾਪਾ ਮਾਰਿਆ ਸੀ ਤੇ ਬਾਅਦ ਵਿੱਚ ਉਹਨਾਂ ਨੇ ਸੌਦੇਬਾਜ਼ੀ ਕਰਕੇ ਤੇ ਉਹਨਾਂ ਦੀ ਖਾਤਰ ਲਗਾਤਾਰ ਸਵਿਟਜ਼ਰਲੈਂਡ ਨੂੰ ਆਉਣ ਜਾਣ ਲੱਗ ਪਿਆ ਸੀ। ਉਹਨਾਂ ਦੇ ਕੋਲ ਉਹਨੇ ਆਪਣੇ ਦੋਵੇਂ ਮੁੰਡੇ ਅਫਸਰ ਬਣਾ ਲਏ ਸਨ ਤੇ ਆਪ ਵੀ ਉਸੇ ਕਾਰਪੋਰੇਸ਼ਨ ਜਾ ਲੱਗਾ ਸੀ। ਕਮਾਲ ਦੀ ਗੱਲ ਇਹ ਹੈ ਕਿ ਇਹਦੇ ਤੋਂ ਟੰਡਨ ਤੋਂ ਬਾਅਦ ਜਦੋਂ ਇਹ ਅਸਤੀਫਾ ਦੇ ਕੇ ਤੇ ਰਿਲਾਇੰਸ ਵਿੱਚ ਚਲਾ ਗਿਆ, ਜਿਹੜਾ ਇਹਦੀ ਥਾਂ ਤੇ ਅਫਸਰ ਆਇਆ ਸੀ ਉਸ ਅਫਸਰ ਨੇ ਵੀ ਆਉਂਦਿਆਂ ਉਸੇ ਤਰ੍ਹਾਂ ਰਿਲਾਇੰਸ ਵਾਲਿਆਂ ਤੇ ਛਾਪਾ ਮਾਰਿਆ ਤੇ ਫਿਰ ਸਾਰਾ ਕੁਝ ਤੈਅ ਹੋਣ ਤੋਂ ਬਾਅਦ ਉਹ ਵੀ ਅਸਤੀਫਾ ਦੇ ਗਿਆ ਤੇ ਅਸਤੀਫਾ ਦੇ ਕੇ ਉਸੇ ਰਿਲਾਇੰਸ ਕੰਪਨੀ 'ਚ ਜਾ ਕੇ ਤੇ ਵੱਡੇ ਅਹੁਦੇ ਦੇ ਉੱਤੇ ਲੱਗ ਗਿਆ ਸੀ। ਯਾਨੀ ਰਿਲਾਇੰਸ ਕੰਪਨੀ ਦੇ ਰਾਜ ਜਿਹਦੇ ਕੋਲ ਵੀ ਆ ਜਾਂਦੇ ਆ ਉਹ ਮਾਲਾ ਮਾਲ ਹੋ ਜਾਂਦੇ ਆ। ਅਨੂ ਟੰਡਨ ਹੋਵੇ ਜਾਂ ਕੇਵੀ ਚੌਧਰੀ, ਉਹ ਦੂਸਰਾ ਅਫਸਰ ਜਿਹੜਾ ਬਾਅਦ ਵਿੱਚ ਜਿਹਨੇ ਸੌਦਾ ਮਾਰਿਆ ਉਹ ਕੇਵੀ ਚੌਧਰੀ ਸੀ, ਉਹ ਹੋਵੇ ਜਾਂ ਇਦਾਂ ਦੇ ਕਈ ਹੋਰ ਲੱਭ ਜਾਂਦੇ ਆ ਜਿਨ੍ਹਾਂ ਨੇ ਇਹ ਸਮਝਦਿਆਂ ਹੋਇਆ ਕਿ ਰਿਲਾਇੰਸ ਦੇ ਕੋਲ ਮਾਲ ਚੋਖਾ ਤੇ ਇਹ ਵੀ ਪਤਾ ਕਿ ਮਾਲ ਆਉਂਦਾ ਕਿੱਦਾਂ, ਉਹਨਾਂ ਨੇ ਜਦੋਂ ਵੱਡੇ ਅਹੁਦਿਆਂ ਤੇ ਹੁੰਦਿਆਂ ਛਾਪੇ ਮਾਰੇ ਇੱਕ ਵਾਰੀ ਬਹਿ ਜਾ ਕਰਾਤੀ ਤੇ ਫਿਰ ਚੁੱਪ ਬਹਿ ਜਾ ਕਰਾਉਂਦੇ, ਚੁੱਪ ਚਪੀਤੇ ਬਹਿ ਜਾ ਦੋਵਾਂ ਦੀ ਆਪੋ ਵਿੱਚ ਹੋ ਗਈ ਤੇ ਫਿਰ ਸਰਕਾਰ ਨੂੰ ਧੋਖਾ ਦੇ ਕੇ ਦੇਸ਼ ਨੂੰ ਧੋਖਾ ਦੇ ਕੇ ਰਿਲਾਇੰਸ ਨਾਲ ਸੌਦਾ ਮਾਰ ਜਾਂਦੇ ਨੇ। ਇਹ ਅਨੂ ਟੰਡਨ ਉਸ ਸੌਦੇ ਚੋਂ ਪਾਰਲੀਮੈਂਟ ਮੈਂਬਰ ਬਣੀ ਸੀ। ਇਹ ਕੋਈ ਕਾਂਗਰਸ ਦੀ ਪੁਰਾਣੀ ਵਰਕਰ ਨਹੀਂ ਸੀ ਤੇ ਹੁਣ ਇਹਦਾ ਹਸ਼ਰ ਇਹ ਹੋਇਆ ਕਿ ਇਸ ਵੇਲੇ ਉਹਨੂੰ ਕੈਦ ਦੀ ਸਜ਼ਾ ਹੋ ਗਈ ਹੈ, 3 ਸਾਲ ਦੀ ਜੇਲ੍ਹ 'ਚ ਚਲੀ ਗਈ ਹੈ। ਜੀ ਪੰਨੂ ਸਾਹਿਬ, ਕਰੋਨਾ ਵਾਇਰਸ ਦੀ ਗੱਲ ਵੀ ਕਰਨੀ ਬਣਦੀ ਹੈ ਕਿਉਂਕਿ ਕੇਸ ਲਗਾਤਾਰ ਵੱਧ ਰਿਹਾ। ਸਰਕਾਰਾਂ ਵੱਲੋਂ, ਸੂਬਾ ਸਰਕਾਰਾਂ ਵੱਲੋਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਨੇ। ਕੁਛ ਹੁਣ ਏਅਰਲਾਈਨਸ ਨੇ ਵੀ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਪਤਾ ਲੱਗਾ ਕਿ 4 ਕੀ ਯਾਤਰੀਆਂ ਉੱਪਰ ਵੀ ਕੁਛ ਗਾਈਡਲਾਈਨ ਦੇ ਤਹਿਤ ਕੇਸ ਦਰਜ ਕਰਨ ਦੀ ਗੱਲ ਚੱਲ ਰਹੀ ਹੈ। ਕੀ ਕਹਾਣੀ ਹੈ ਜੀ? ਦੇਖੋ, ਜਿਹੜੀਆਂ ਸਾਡੇ ਇੱਥੇ ਪਾਬੰਦੀਆਂ ਲੱਗੀਆਂ ਉਹਨਾਂ 'ਚ ਤਾਂ ਹੋਲਾ ਮਹੱਲਾ ਦੇ ਸਵਾਲ ਦੇ ਉੱਤੇ ਸਰਕਾਰ ਤੇ ਜਿਹੜੇ ਸਿੱਖ ਸੰਗਤਾਂ ਉਹਨਾਂ ਦੇ ਮਾਮਲੇ 'ਚ ਥੋੜੇ ਮਤਭੇਦ ਉੱਭਰ ਰਹੇ। ਸਿੱਖ ਸੰਗਤਾਂ ਨੇ ਆਖਿਆ ਸੀ ਅਨੰਦਪੁਰ ਸਾਹਿਬ ਜਾਣਾ, ਪ੍ਰਸ਼ਾਸਨ ਨੇ ਆਖਿਆ ਜੀ ਇੰਨੀ ਭੀੜ ਇਕੱਠੀ ਹੋਣ ਤੋਂ ਅਸੀਂ ਰੋਕਦੇ ਨਹੀਂ, ਪਰ ਸਾਰੇ ਆਪਣੀਆਂ ਨੈਗੇਟਿਵ ਰਿਪੋਰਟਾਂ ਲੈ ਕੇ ਆਓ। ਇਹਦੇ ਮੁੱਦੇ ਦੇ ਉੱਤੇ ਆਪਸ ਵਿੱਚ ਖਿੱਚੋਤਾਣ ਚੱਲ ਪਈ ਆ, ਪਤਾ ਨਹੀਂ ਕੀ ਹੋਵੇਗਾ। ਇਹ ਤਾਂ ਅਸੀਂ ਮੁੱਦਾ ਬਾਅਦ ਵਿੱਚ ਵੀ ਵਿਚਾਰ ਕਰ ਸਕਦੇ ਹਾਂ ਜੀ। ਦੂਜਾ ਇਹ ਹੈ ਕਿ ਜਿਸ ਤਰ੍ਹਾਂ ਇੱਥੇ ਸਾਨੂੰ ਬੜੇ ਇਹੋ ਜਿਹੇ ਸੱਜਣ ਮਿਲ ਜਾਂਦੇ ਆ ਜਿਹੜੇ ਕਹਿੰਦੇ ਕਰੋਨਾ ਤਾਂ ਹੈ ਹੀ ਨਹੀਂ, ਬਕਵਾਸ ਹੈ, ਮੈਂ ਝੂਠ ਬੋਲਿਆ ਜਾ ਰਿਹਾ। ਉਹ ਅਜੇ ਤੱਕ ਮਾਸਕ ਪਾਉਣ ਤੋਂ ਨਾ ਕਰਦੇ ਆ, ਉਹ ਬਹੁਤ ਸਾਰੀਆਂ ਹਦਾਇਤਾਂ ਮੰਨਣ ਤੋਂ ਨਾ ਕਰਦੇ ਆ। ਉਸੇ ਤਰ੍ਹਾਂ ਕਈ ਪੜ੍ਹੇ ਲਿਖੇ ਮੂਰਖ ਵੀ ਨੇ ਜਿਹੜੇ ਹਵਾਈ ਜਹਾਜ਼ 'ਚ ਚੜ੍ਹਦੇ ਆ ਤੇ ਏਅਰਲਾਈਨਾਂ ਦੀਆਂ ਹਦਾਇਤਾਂ ਮੰਨਣ ਤੋਂ ਇਨਕਾਰ ਕਰਦੇ ਆ। ਹੁਣ ਤੱਕ 6 ਮੁਸਾਫਰ ਇਹੋ ਜਿਹੇ ਆ ਜਿਹੜੇ ਅੱਡ-ਅੱਡ ਏਅਰਲਾਈਨਾਂ 'ਚ ਭਾਰਤ ਦੇ ਵਿੱਚ ਫੜੇ ਗਏ ਆ, ਜਿਨ੍ਹਾਂ ਨੇ ਜਹਾਜ਼ ਵਿੱਚ ਚੜ੍ਹਨ ਲੱਗਿਆ ਮਾਸਕ ਪਾਏ ਸਨ, ਪਰ ਜਦੋਂ ਜਹਾਜ਼ ਵਿੱਚ ਚੜ੍ਹ ਗਏ ਉੱਥੇ ਜਾ ਕੇ ਮਾਸਕ ਥੱਲੇ ਕਰ ਲਿਆ, ਹਦਾਇਤਾਂ ਮੰਨਣ ਤੋਂ ਨਾ ਕੀਤੀ, ਜਦਕਿ ਉਹਨਾਂ ਨੂੰ ਦੱਸਿਆ ਗਿਆ ਸੀ ਕਿ ਜਿਹਨੇ ਹਦਾਇਤਾਂ ਨਾ ਮੰਨੀਆਂ ਸਾਰੀ ਉਮਰ ਲਈ ਨੋ ਫਲਾਈ ਲਿਸਟ ਵਿੱਚ ਪਾ ਦਿੱਤਾ ਜਾਵੇਗਾ ਤੇ ਦੁਬਾਰਾ ਕਦੇ ਉਹ ਜਹਾਜ਼ ਤੇ ਨਹੀਂ ਚੜ੍ਹ ਸਕੇਗਾ। ਇਹਦੇ ਬਾਵਜੂਦ ਉਹਨਾਂ ਨੇ ਇਹ ਕੰਮ ਕੀਤਾ। 2 ਇੱਕ ਥਾਂ, ਇੱਕ ਥਾਂ, ਇੱਕ ਥਾਂ, 2 ਇੱਕ ਥਾਂ, 6 ਜਣੇ ਹੁਣ ਤੱਕ ਇਹੋ ਜਿਹੇ ਆ ਜਿਹੜੇ ਅੱਡ-ਅੱਡ ਏਅਰਲਾਈਨਾਂ ਦੇ ਵਿੱਚ ਅੱਡ-ਅੱਡ ਏਅਰਪੋਰਟਾਂ ਦੇ ਉੱਤੇ ਜਹਾਜ਼ ਤੋਂ ਉਤਰਦੇ ਸਾਰ ਗ੍ਰਿਫਤਾਰ ਕੀਤੇ ਗਏ ਆ। ਉਹਨਾਂ ਚੋਂ 2 ਜਣਿਆਂ ਦੇ ਖਿਲਾਫ ਤਾਂ ਆਰਡਰ ਹੋ ਗਿਆ ਨੋ ਫਲਾਈ ਦਾ, ਯਾਨੀ ਉਹ ਨੋ ਫਲਾਈ ਲਿਸਟ ਵਿੱਚ ਪੈ ਗਏ, ਸਾਰੀ ਉਮਰ ਕਦੇ ਵੀ ਕਿਸੇ ਵੀ ਜਹਾਜ਼ ਤੇ ਨਹੀਂ ਚੜ੍ਹ ਸਕਣਗੇ। ਬਾਕੀਆਂ ਦੇ ਬਾਰੇ ਇਹ ਕਾਰਵਾਈ ਹੁੰਦੀ ਪਈ ਆ। ਮੈਂ ਸਮਝਾਂ ਕਿ ਕੱਲ ਨੂੰ ਕਿਸੇ ਹੋਰ ਦੀ ਵਾਰੀ ਵੀ ਆ ਸਕਦੀ ਹੈ। ਇਸ ਕਰਕੇ ਸਾਰਿਆਂ ਨੂੰ ਜਿੱਥੇ ਵੀ ਹੈਗੇ ਨੇ ਤੇ ਜੋ ਵੀ ਹਦਾਇਤਾਂ ਉਹ ਸਰਕਾਰ ਵੱਲੋਂ ਆਉਣ, ਪ੍ਰਸ਼ਾਸਨ ਵੱਲੋਂ ਆਉਣ, ਕਿਸੇ ਏਅਰਲਾਈਨ ਵੱਲੋਂ ਆਉਣ ਜਾਂ ਕਿਸੇ ਹੋਰ ਟਰਾਂਸਪੋਰਟ ਸੇਵਾ ਵੱਲੋਂ ਆਉਣ, ਜਾਂ ਤੁਸੀਂ ਕਿਸੇ ਵੀ ਅਦਾਰੇ ਵਿੱਚ ਜਾਂਦੇ ਆ, ਜੇ ਉੱਥੇ ਲੋਕਾਂ ਦੇ ਬਚਾਅ ਵਾਸਤੇ ਉੱਥੋਂ ਦੇ ਪ੍ਰਬੰਧਕਾਂ ਨੇ, ਉੱਥੋਂ ਦੇ ਪ੍ਰਸ਼ਾਸਨ ਨੇ ਇਸ ਤਰ੍ਹਾਂ ਦੀਆਂ ਕੁਝ ਹਦਾਇਤਾਂ ਜਾਰੀ ਕੀਤੀਆਂ ਨੇ ਤੇ ਜਿਹੜਾ ਵੀ ਕੋਈ ਹੈਗਾ ਉਹਨੂੰ ਉਹਨਾਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਤੇ ਜੇ ਕੋਈ ਪਾਲਣਾ ਨਹੀਂ ਕਰਦਾ ਤੇ ਬਦੋ-ਬਦੀ ਇਸ ਗੱਲ ਵਾਸਤੇ ਮੁਸੀਬਤ ਮੁੱਲ ਲੈਂਦਾ ਕਿ ਮੇਰੇ ਖਿਲਾਫ ਕਾਰਵਾਈ ਹੁੰਦੀ ਤੇ ਹੋ ਜਾਵੇ। ਉਹਨਾਂ ਲੋਕਾਂ ਦੇ ਖਿਲਾਫ ਜੇ ਕਾਰਵਾਈ ਹੁੰਦੀ ਹੈ ਤੇ ਕਿਸੇ ਦੀ ਕੋਈ ਉਹਨਾਂ ਨਾਲ ਹਮਦਰਦੀ ਨਹੀਂ ਹੋਣੀ ਚਾਹੀਦੀ। ਪੰਨੂ ਸਾਹਿਬ, ਅਰੁਣ ਗੋਵਿਲ ਭਾਜਪਾ ਵਿੱਚ ਸ਼ਾਮਲ ਹੋਇਆ। ਬੰਦਾ ਉਹੀ ਹੈ ਜਿਹਨੇ ਪਹਿਲਾਂ ਰਾਮ ਦਾ ਰੋਲ ਵੀ ਕੀਤਾ ਹੈ ਕਈ ਨਾਟਕਾਂ ਵਿੱਚ, ਹੁਣ ਭਾਜਪਾ ਵਿੱਚ ਸ਼ਾਮਲ ਹੋਇਆ। ਕਿਵੇਂ ਦੇਖਦੇ ਹੋ ਕਿ ਇੱਦਾਂ ਤਾਂ ਨਹੀਂ ਕਿਤੇ ਕਿ ਧਰਮ ਦਾ ਮੁੱਦਾ ਭਾਰੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ?
ਮੁੱਦਾ ਤਾਂ ਧਰਮ ਦਾ ਭਾਰੀ ਕਰਨ ਦੀ ਕੋਸ਼ਿਸ਼ ਕਰਨਗੇ। ਅੱਜ ਤੋਂ 35-36 ਸਾਲ ਪਹਿਲਾਂ ਇੱਥੇ ਭਾਰਤ ਵਿੱਚ ਉਦੋਂ ਕੱਲਾ ਇੱਕੋ ਦੂਰਦਰਸ਼ਨ ਟੀਵੀ ਹੁੰਦਾ, ਬਾਕੀ ਕੋਈ ਚੈਨਲ ਅਜੇ ਤੇ ਨਹੀਂ ਸੀ ਹੋ ਗਿਆ। ਜੀ ਉਸ ਟੀਵੀ ਚੈਨਲ ਦੇ ਉੱਤੇ ਦੋ ਸੀਰੀਅਲ ਬੜੇ ਮਸ਼ਹੂਰ ਹੋਏ ਸਨ, ਇੱਕ ਰਾਮਾਇਣ ਤੇ ਬਾਅਦ ਵਿੱਚ ਇੱਕ ਮਹਾਭਾਰਤ। ਜੀ ਰਾਮਾਇਣ ਦੇ ਵਿੱਚ ਭਗਵਾਨ ਰਾਮਚੰਦਰ ਜੀ ਦਾ ਰੋਲ ਇਸ ਬੰਦੇ ਨੇ ਕੀਤਾ ਸੀ, ਅਰੁਣ ਗੋਵਲ ਨੇ। ਬਾਅਦ ਵਿੱਚ ਇਹ ਕਾਂਗਰਸ ਪਾਰਟੀ ਦੇ ਨੇੜੇ ਆ ਗਿਆ, ਕਾਂਗਰਸ ਪਾਰਟੀ ਲਈ ਪ੍ਰਚਾਰ ਕਰਦਾ ਰਿਹਾ। ਜਿਹੜੀ ਬੀਬੀ ਇਹਦੇ ਨਾਲ ਸੀਤਾ ਮਾਤਾ ਬਣੀ ਸੀ, ਉਹਨੂੰ ਜੀ। ਭਾਜਪਾ ਨੇ ਟਿਕਟ ਦੇਤੀ ਤੇ ਉਹ ਸਾਬਰਕਾਂਠਾ ਤੋਂ ਗੁਜਰਾਤ ਤੋਂ ਪਾਰਲੀਮੈਂਟ ਮੈਂਬਰ 2 ਵਾਰ ਚੁਣੀ ਗਈ। ਉਦੋਂ ਬਾਅਦ ਹੋਰ ਬੀਬੀਆਂ ਆ ਗਈਆਂ ਤੇ ਫਿਰ ਉਹਨੂੰ ਟਿਕਟ ਨਹੀਂ ਦਿੱਤੀ। ਉਹ ਜਿੱਥੇ ਵੀ ਵੋਟਾਂ ਲੈਣ ਜਾਂਦੀ, ਆਪਣੇ ਆਪ ਦੇ ਵਿੱਚ ਮੇਕਅਪ ਕਰਕੇ ਸੀਤਾ ਮਾਤਾ ਦੇ ਰੋਲ ਵਿੱਚ ਲੋਕਾਂ ਕੋਲ ਵੋਟਾਂ ਮੰਗਣ ਜਾਂਦੀ ਸੀ, ਤੇ ਲੋਕਾਂ ਨੂੰ ਇਹ ਨਹੀਂ ਸੀ ਪਤਾ ਕਿ ਸਾਡੇ ਕੋਲ ਸੀਤਾ ਮਾਤਾ ਬਣ ਕੇ ਆਉਣ ਵਾਲੀ ਇਹੋ ਬੀਬੀ ਟੀਪੂ ਸੁਲਤਾਨ ਦੇ ਟੀਵੀ ਸੀਰੀਅਲ ਦੇ ਵਿੱਚ ਟੀਪੂ ਸੁਲਤਾਨ ਦੀ ਅੰਮੀ ਜਾਨ ਵੀ ਬਣੀ ਸੀ, ਮੁਸਲਮਾਨ ਦਾ ਰੋਲ ਵੀ ਕਰ ਚੁੱਕੀ ਸੀ। ਬਿਲਕੁਲ ਉਹਨੂੰ ਇਸ ਗੱਲ ਲਈ ਵਰਤਿਆ ਗਿਆ ਸੀ। ਜਿਹੜਾ ਉਸ ਰਾਮਾਇਣ ਦੇ ਵਿੱਚ ਰਾਵਣ ਬਣਿਆ ਸੀ, ਉਹਨੂੰ ਵੀ ਭਾਜਪਾ ਨੇ ਟਿਕਟ ਦੇ ਕੇ ਜਿਤਾਇਆ ਸੀ। ਇਹ ਬੰਦਾ ਕਾਂਗਰਸ ਵਾਲੇ ਪਾਸੇ ਚਲਾ ਗਿਆ, ਟਿਕਟ ਮਿਲਣ ਲੱਗੀ ਤੇ ਉਹਤੇ ਕਈ ਲੋਕਾਂ ਇਤਰਾਜ਼ ਕਰਤਾ, ਟਿਕਟ ਮਿਲ ਨਾ ਸਕੀ। ਉਹਦੇ ਤੋਂ ਬਾਅਦ 1 2 3 4 5 ਪਤਾ ਨਹੀਂ ਕਿੰਨੀਆਂ ਚੋਣਾਂ ਦੇ ਵਿੱਚ ਕਾਂਗਰਸ ਦੇ ਅੱਡ-ਅੱਡ ਲੀਡਰਾਂ ਵਾਸਤੇ ਚੋਣ ਪ੍ਰਚਾਰ ਕਰਦਾ ਰਿਹਾ ਤੇ ਹੁਣ ਤੱਕ ਕਾਂਗਰਸੀਆਂ ਨਾਲ ਹੁੰਦਾ ਸੀ। ਹੁਣ ਅਚਾਨਕ ਜਦੋਂ ਇਹਨੇ ਵੇਖਿਆ ਕਿ ਭਾਜਪਾ ਦੇ ਨਾਲ ਲੱਗਣ 'ਚ ਫਾਇਦਾ ਹੈਗਾ, ਬੜੇ ਲੋਕ ਹੋਰ ਨੇ, ਮਿਠਨ ਚੱਕਰਵਰਤੀ ਵੀ ਉਧਰ ਚਲਾ ਹੀ ਗਿਆ। ਇਹ ਸਾਰੇ ਲੋਕ ਜਿਹੜੇ ਉਸ ਪਾਸੇ ਨੂੰ ਤੁਰੇ ਜਾਂਦੇ ਨੇ, ਉਸ ਵਹਿਣ ਦੇ ਵਿੱਚ ਵਗਦਿਆਂ ਅਰੁਣ ਗੋਵਲ ਵੀ ਉਧਰ ਚਲਾ ਗਿਆ। ਪਰ ਅਰੁਣ ਗੋਵਲ ਕੱਲਾ ਨਹੀਂ, ਅਜੇ ਬਹੁਤ ਸਾਰੇ ਹੋਰ ਨੇ ਜਿਨ੍ਹਾਂ ਦੇ ਜਾਣ ਦੀ ਆਸ ਹੈਗੀ ਆ। ਮੈਂ ਇੱਥੇ ਸਾਡੇ ਪੰਜਾਬ ਵਿੱਚ ਵੀ ਕੁਝ ਹੈਗੇ ਨੇ। ਇੱਕ ਬੰਦਾ ਜਿਹਨੇ ਹਨੂਮਾਨ ਦਾ ਰੋਲ ਕੀਤਾ ਸੀ, ਉਹ ਵੀ ਤੇ ਬਾਅਦ ਭਾਜਪਾ ਵਿੱਚ ਚਲਾ ਗਿਆ ਸੀ ਤੇ ਭਾਜਪਾ ਨੇ ਉਹਨੇ ਪਾਰਲੀਮੈਂਟ ਦੇ ਉੱਪਰਲੇ ਹਾਊਸ ਰਾਜ ਸਭਾ ਦਾ ਮੈਂਬਰ ਨਾਮਜ਼ਦ ਕਰਾਇਆ ਸੀ, ਤੇ ਫਿਰ ਉਹਨੂੰ ਇਹ ਨਹੀਂ ਸੀ ਪਤਾ ਕਿ ਰੂਲ ਅਸੂਲ ਕੀ ਹੁੰਦੇ ਆ, ਤੇ ਉਹਨੇ ਇੱਕ ਵਾਰੀ ਇਹ ਕਹਿਤਾ ਸੀ ਮੈਂ ਭਾਜਪਾ ਦੇ ਵਾਸਤੇ ਚੋਣ ਪ੍ਰਚਾਰ ਕਰਾਂਗਾ, ਮੈਂ ਉੱਥੇ ਸ਼ਾਮਲ ਹੋ ਗਿਆ। ਜਦੋਂ ਉਹਨੂੰ ਦੱਸਿਆ ਗਿਆ ਕਿ ਭਲਵਾਨ ਜੀ, ਜਿਹੜਾ ਕੋਈ ਨਾਮੀਨੇਟ ਹੋਇਆ ਮੈਂਬਰ ਹੋਵੇ, ਉਹ ਕਦੇ ਵੀ ਕਿਸੇ ਪਾਰਟੀ ਸ਼ਾਮਲ ਨਹੀਂ ਹੋ ਸਕਦਾ, ਤੁਹਾਨੂੰ ਪਾਰਲੀਮੈਂਟ ਦੀ ਮੈਂਬਰੀ ਛੱਡਣੀ ਪੈਣੀ ਹੈ। ਤੇ ਫਿਰ ਕਹਿੰਦਾ ਚੰਗਾ ਫਿਰ ਮੈਂ ਨਹੀਂ ਹੁੰਦਾ ਸ਼ਾਮਲ। ਇਸ ਤਰ੍ਹਾਂ ਦੇ ਬੜੇ ਡਰਾਮੇ ਅਸੀਂ ਪਹਿਲਾਂ ਵੀ ਵੇਖੇ ਹੋਏ ਨੇ। ਹੁਣ ਅਰੁਣ ਗੋਵਲ ਇਸ ਵੇਲੇ ਭਗਵਾਨ ਰਾਮ ਦੇ ਰੋਲ ਵਿੱਚ ਉੱਥੇ ਜਾ ਕੇ ਚੋਣ ਪ੍ਰਚਾਰ ਕਰੇਗਾ ਤੇ ਉਹਨੂੰ ਬਗਾਲਤ ਲੈ ਗਏ ਆ। ਇਹੋ ਹੀ ਅਰੁਣ ਗੋਵਲ ਪਹਿਲਾਂ ਇਹ ਰੋਣਾ ਵੀ ਰੋਂਦਾ ਰਿਹਾ ਕਿ ਮੈਂ ਭਗਵਾਨ ਰਾਮ ਦਾ ਰੋਲ ਕੀ ਕਰ ਬੈਠਾ। ਉਹਦੇ ਤੋਂ ਬਾਅਦ ਲਗਾਤਾਰ ਮੇਰੀ ਹਾਲਤ ਇਹ ਆ ਕਿ ਮੈਨੂੰ ਬਾਲੀਵੁੱਡ ਦੇ ਵਿੱਚ ਜਾਂ ਹੋਰ ਥਾਵਾਂ ਤੇ ਕਿਸੇ ਦਾ ਕੋਈ ਰੋਲ ਨਹੀਂ ਮਿਲਦਾ, ਮੇਰੇ ਨਾਲ ਜ਼ਿਆਦਤੀ ਹੋ ਗਈ ਹੈ। ਯਾਨੀ ਇਸ ਗੱਲ ਤੋਂ ਦੁਖੀ ਸੀ ਕਿ ਮੈਂ ਭਗਵਾਨ ਰਾਮ ਦਾ ਰੋਲ ਕੀਤਾ ਤੇ ਮੈਨੂੰ ਬਾਕੀ ਫਿਲਮਾਂ 'ਚ ਰੋਲ ਮਿਲਣੇ ਬੰਦ ਹੋ ਗਿਆ। ਤੇ ਹੁਣ ਉਹੀ ਅਰੁਣ ਗੋਵਲ ਇੱਕ ਵਾਰੀ ਫਿਰ ਰਾਮ ਦੇ ਰੂਪ ਵਿੱਚ, ਭਗਵਾਨ ਦੇ ਰੂਪ ਵਿੱਚ ਲੋਕਾਂ ਵਿੱਚ ਜਾਵੇਗਾ ਤੇ ਭਾਜਪਾ ਦੇ ਲਈ ਵੋਟਾਂ ਮੰਗੇਗਾ। ਇਦੋਂ ਵੱਧ ਕੋਈ ਮੌਕਾ ਪ੍ਰਸਤੀ ਕੀ ਹੋ ਸਕਦੀ ਹੈ। ਜੀ ਬਿਲਕੁਲ। ਪਵਨ ਸਾਹਿਬ, ਤੁਸੀਂ ਖਬਰਾਂ 'ਚ ਚਰਚਾ ਕੀਤੀ, ਬਹੁਤ ਬਹੁਤ ਧੰਨਵਾਦ ਜੀ। ਜੀ ਸ਼ੁਕਰੀਆ। ਸੋ ਅੱਜ ਦੇ ਇਸ ਪ੍ਰੋਗਰਾਮ ਵਿੱਚ ਬਸ ਇੰਨਾ ਹੀ। ਹੁਣ ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।